ਮੇਰੇ ਮਾਤਾ-ਪਿਤਾ ਦੀ ਮੌਤ ਨੂੰ 10 ਸਾਲ ਹੋ ਚੁੱਕੇ ਸੀ ਤੇ ਮੈਂ ਆਪਣੀ ਦੀਦੀ ਅਤੇ ਭਾਈ ਦੇ ਨਾਲ ਰਹਿੰਦੀ ਸੀ। ਮੇਰੀ ਦੀਦੀ ਦਾ ਵਿਆਹ ਹੋ ਚੁੱਕਿਆ ਸੀ। ਦੀਦੀ ਦੇ ਪਤੀ ਦਾ ਨਾਮ ਅਨੂਪ ਸੀ। ਉਹ ਵੀ ਸਾਡੇ ਨਾਲ ਹੀ ਰਹਿੰਦੇ ਸੀ। ਅੱਜ ਫਿਰ ਸਵੇਰੇ-ਸਵੇਰੇ ਕਚਰੇ ਵਾਲਾ ਆਇਆ ਤੇ ਦਰਵਾਜ਼ਾ ਜਲਦੀ-ਜਲਦੀ ਵਜਾਉਣ ਲੱਗਾ। ਦੀਦੀ ਕਿਚਨ ਵਿੱਚ ਬਿਜੀ ਸੀ, ਇਸ ਲਈ ਮੈਂ ਹੀ ਜਾ ਕੇ ਦਰਵਾਜ਼ਾ ਖੋਲ੍ਹਿਆ। ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਕਿ ਇੰਨੀ ਵੀ ਕੀ ਜਲਦੀ ਆ ਕੂੜੇ ਵਾਲੇ ਨੂੰ, ਜੋ ਬੈੱਲ ਉੱਤੇ ਹੱਥ ਰੱਖ ਕੇ ਹੀ ਭੁੱਲ ਗਿਆ। ਮੈਂ ਗੁੱਸੇ ਦੀ ਬਜਾਏ ਪਿਆਰ ਨਾਲ ਉਸ ਨੂੰ ਪੁੱਛਿਆ ਕਿ ਕੀ ਗੱਲ ਆ ਭਾਈ, ਕੀ ਤੇਰੀ ਟ੍ਰੇਨ ਲੰਘਦੀ ਆ ਜੋ ਤੂੰ ਇੰਨੀ ਜਲਦੀ ਵਿੱਚ ਆ? ਮੈਂ ਕੂੜੇ ਵਾਲੇ ਦੀ ਜਲਦਬਾਜ਼ੀ ਦੇਖ ਲਈ ਸੀ ਤਾਂ ਉਹ ਕਹਿਣ ਲੱਗਾ, ਮੈਡਮ ਅਜਿਹਾ ਹੀ ਸਮਝ ਲਓ। ਉਹ ਇੱਕਦਮ ਕੂੜੇ ਵਾਲੇ ਡੱਬਿਆਂ ਵੱਲ ਭੱਜਿਆ ਤੇ ਇੱਕਦਮ ਕੂੜੇ ਵਾਲੇ ਡੱਬਿਆਂ ਵਿੱਚ ਹੱਥ ਪਾ ਕੇ ਦੇਖਣ ਲੱਗਾ। ਉਹੀ ਕੂੜੇ ਵਾਲਾ ਡੱਬਾ ਜੋ ਰਾਤ ਨੂੰ ਦੀਦੀ ਦੇ ਹੱਥ ਵਿੱਚ ਸੀ। ਉਹ ਕਚਰੇ ਵਾਲਾ ਉਸ ਡੱਬੇ ਨੂੰ ਦੇਖ ਕੇ ਖੁਸ਼ ਹੋ ਗਿਆ। ਉਹ ਡੱਬਾ ਚੁੱਕ ਕੇ ਇੱਕਦਮ ਬਾਹਰ ਚਲਾ ਗਿਆ। ਮੈਂ ਉੱਥੇ ਹੀ ਖੜੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਉਹ ਡਸਟਬਿਨ ਨੂੰ ਖਾਲੀ ਕਰ ਦੇਵੇ ਤੇ ਮੈਂ ਉਸ ਨੂੰ ਅੰਦਰ ਰੱਖ ਦੇਵਾਂ ਤੇ ਦਰਵਾਜ਼ਾ ਬੰਦ ਕਰ ਦੇਵਾਂ। ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਕੂੜੇ ਵਾਲੇ ਨੇ ਉਹ ਕੂੜੇ ਦਾ ਡੱਬਾ ਕੂੜੇ ਵਿੱਚ ਵਾਲੀ ਟਰਾਲੀ ਵਿੱਚ ਪਾਉਣ ਦੀ ਬਜਾਏ ਅਲੱਗ ਇੱਕ ਥੈਲੇ ਵਿੱਚ ਪਾ ਲਿਆ। ਇਸ ਦੌਰਾਨ ਉਹ ਲੜਕਾ ਬਹੁਤ ਹੀ ਜ਼ਿਆਦਾ ਖੁਸ਼ ਲੱਗ ਰਿਹਾ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਖਜ਼ਾਨਾ ਉਸ ਕੂੜੇ ਵਾਲੇ ਦੇ ਹੱਥ ਲੱਗ ਗਿਆ ਹੋਵੇ। ਇਹ ਸਭ ਦੇਖ ਕੇ ਮੈਨੂੰ ਥੋੜੀ ਹੈਰਾਨੀ ਹੋਈ। ਖੈਰ, ਮੈਂ ਖਾਲੀ ਕੂੜੇ ਵਾਲਾ ਡੱਬਾ ਚੁੱਕ ਕੇ ਅੰਦਰ ਆ ਗਈ ਤੇ ਮੈਂ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਹਾਲੇ ਕੂੜੇ ਵਾਲੇ ਬਾਰੇ ਸੋਚ ਹੀ ਰਹੀ ਸੀ ਕਿ ਅੱਜ ਜੀਜੂ ਦੇ ਘਰ ਆਉਣਾ ਸੀ ਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਜੀਜੂ ਦੇ ਆਉਣ ਦਾ ਸੁਣ ਕੇ ਦੀਦੀ ਦਾ ਮੂਡ ਕਿਉਂ ਖਰਾਬ ਹੋ ਜਾਂਦਾ ਸੀ। ਦੀਦੀ ਅੱਜ ਵੀ 2 ਦਿਨ ਦੇ ਮੈਲੇ ਕੱਪੜੇ ਪਹਿਨੇ ਹੋਏ ਸੀ, ਵਾਲ ਖਿਲਰੇ ਹੋਏ ਤੇ ਉਲਝੀ ਪਰੇਸ਼ਾਨ ਨਜ਼ਰ ਆ ਰਹੀ ਸੀ। ਮੈਨੂੰ ਆਪਣੀ ਦੀਦੀ ਦੇ ਇਸ ਵਰਤਾਵ ਤੇ ਬਹੁਤ ਹੈਰਾਨੀ ਹੋ ਰਹੀ ਸੀ। ਦੀਦੀ ਅਜਿਹੀ ਹਾਲਤ ਵਿੱਚ ਉਦੋਂ ਬਣਾਉਂਦੀ ਸੀ ਜਦੋਂ ਜੀਜੂ ਦੇ ਆਉਣ ਦਾ ਪਤਾ ਚੱਲਦਾ ਸੀ ਤਾਂ ਜੀਜੂ ਘਰ ਆ ਜਾਂਦੇ। ਇਸ ਗੱਲ ਨੂੰ ਲੈ ਕੇ ਦਿਲ ਹੀ ਦਿਲ ਵਿੱਚ ਮੈਨੂੰ ਆਪਣੀ ਦੀਦੀ ਨਾਲ ਬਹੁਤ ਸਾਰੀਆਂ ਸ਼ਿਕਾਇਤਾਂ ਹੋਣ ਲੱਗੀਆਂ, ਪਰ ਮੈਂ ਚੁੱਪ ਰਹੀ। ਜੀਜੂ ਦੇ ਆਉਣ ਤੇ ਮੇਰੀ ਦੀਦੀ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ, ਪਰ ਦੀਦੀ ਤਾਂ ਸੜੀ ਹੋਈ ਸੂਰਤ ਬਣਾ ਕੇ ਪੂਰੇ ਘਰ ਵਿੱਚ ਘੁੰਮ ਰਹੀ ਸੀ। ਦੀਦੀ ਨਾ ਜੀਜੂ ਦੇ ਨਾਲ ਬੈਠਦੀ ਸੀ ਤੇ ਨਾ ਹੀ ਉਸ ਨਾਲ ਜ਼ਿਆਦਾ ਗੱਲ ਕਰਦੀ ਸੀ। ਜਦੋਂ ਜੀਜੂ ਕਿਸੇ ਗੱਲ ਤੇ ਲਈ ਦੀਦੀ ਨੂੰ ਆਵਾਜ਼ ਦਿੰਦੇ ਤਾਂ ਉਹ ਕੁਝ ਪੁੱਛਦੇ ਤਾਂ ਦੀਦੀ ਜੀਜੂ ਨੂੰ ਜਵਾਬ ਤੱਕ ਦੇਣਾ ਗਵਾਰਾ ਨਹੀਂ ਸਮਝਦੀ ਸੀ। ਉਹ ਜੀਜੂ ਨਾਲ ਬਹੁਤ ਹੀ ਬੁਝੀ ਤੇ ਨਾਰਾਜ਼ ਰਹਿੰਦੀ। ਇਹ ਸਭ ਕੁਝ ਦੇਖ ਕੇ ਮੈਂ ਬਹੁਤ ਪਰੇਸ਼ਾਨ ਹੋਣ ਲੱਗੀ। ਪਹਿਲਾਂ ਮੇਰੇ ਕੋਲ ਇਹ ਸਭ ਕੁਝ ਨੋਟਿਸ ਕਰਨ ਦਾ ਸਮਾਂ ਨਹੀਂ ਸੀ। ਮੈਂ ਆਪਣੀ ਪੜ੍ਹਾਈ ਦੇ ਸਿਲਸਿਲੇ ਵਿੱਚ ਹੋਸਟਲ ਵਿੱਚ ਰਹਿੰਦੀ ਸੀ। ਮੈਂ ਦੂਜੇ ਸ਼ਹਿਰ ਵਿੱਚ ਪੜ੍ਹਦੀ ਸੀ, ਇਸ ਲਈ ਹੋਸਟਲ ਵਿੱਚ ਰਹਿਣਾ ਪੈਂਦਾ ਸੀ। ਪਰ ਜਿਵੇਂ ਹੀ ਮੇਰੀਆਂ ਛੁੱਟੀਆਂ ਹੁੰਦੀਆਂ ਤਾਂ ਮੈਂ ਵਾਪਸ ਆਪਣੀ ਦੀਦੀ ਅਤੇ ਜੀਜੂ ਦੇ ਕੋਲ ਆ ਜਾਂਦੀ। ਹੁਣ ਜਦੋਂ ਮੈਂ ਛੁੱਟੀਆਂ ਵਿੱਚ ਘਰ ਵਾਪਸ ਆਈ ਹੋਈ ਸੀ ਤਾਂ ਹਰ ਚੀਜ਼ ਨੋਟ ਕਰ ਰਹੀ ਸੀ, ਕਿਉਂਕਿ ਹੁਣ ਮੇਰੇ ਕੋਲ ਕੋਈ ਕੰਮ ਨਹੀਂ ਸੀ। ਪਰ ਇੱਥੇ ਆ ਕੇ ਮੈਨੂੰ ਦੀਦੀ ਦੇ ਇਸ ਵਰਤਾਵ ਨੇ ਬਹੁਤ ਹੈਰਾਨ ਕਰ ਦਿੱਤਾ ਸੀ। ਦੀਦੀ ਜੀਜੂ ਦੇ ਘਰ ਆਉਂਦੇ ਹੀ ਅਜੀਬ ਹਰਕਤਾਂ ਕਰਦੀ। ਅਜਿਹਾ ਲੱਗਦਾ ਜਿਵੇਂ ਦੀਦੀ ਹੁਣ ਵੀ ਖੁਦ ਨੂੰ ਜਵਾਨ ਸਮਝਦੀ ਹੋਵੇ। ਜੀਜੂ ਦੇ ਘਰ ਆਉਂਦੇ ਹੀ ਉਸ ਦੇ ਰੰਗ ਢੰਗ ਇੱਕਦਮ ਬਦਲ ਜਾਂਦੇ। ਮੈਨੂੰ ਤਾਂ ਇਹ ਸਭ ਕੁਝ ਅਜੀਬ ਲੱਗ ਰਿਹਾ। ਜਦ ਕਿ ਜੀਜੂ ਪੂਰੇ 15 ਦਿਨ ਬਾਅਦ ਘਰ ਆਉਂਦੇ। ਦੀਦੀ ਨੂੰ ਉਦੋਂ ਰਾਤ ਨੂੰ ਕਮਰੇ ਦੀ ਸਫਾਈ ਯਾਦ ਆ ਜਾਂਦੀ ਤੇ ਉਹ ਕੂੜੇ ਵਾਲੀ ਬਾਸਕਟ ਆਪਣੇ ਨਾਲ ਕਮਰੇ ਵਿੱਚ ਲੈ ਜਾਂਦੀ। ਹੈਰਾਨੀ ਅਤੇ ਚੁਕਾ ਦੇਣ ਵਾਲੀ ਗੱਲ ਤਾਂ ਇਹ ਸੀ ਕਿ ਦੀਦੀ ਨੂੰ ਰਾਤ ਦੇ ਸਮੇਂ ਹੀ ਸਫਾਈ ਯਾਦ ਆਉਂਦੀ ਸੀ, ਉਹ ਵੀ ਉਦੋਂ ਜਦੋਂ ਜੀਜੂ ਘਰ ਹੁੰਦੇ ਸੀ। ਅੱਜ ਦੀਦੀ ਜਦੋਂ ਸਫਾਈ ਕਰਕੇ ਉਹ ਕੂੜੇ ਵਾਲੀ ਬਾਸਕਟ ਰੱਖ ਕੇ ਅੰਦਰ ਚਲੀ ਗਈ ਤਾਂ ਇਸ ਕੂੜੇ ਵਾਲੀ ਬਾਸਕਟ ਨੂੰ ਦੇਖ ਕੇ ਮੈਨੂੰ ਸਵੇਰ ਵਾਲਾ ਕਿੱਸਾ ਯਾਦ ਆ ਗਿਆ। ਕਿਵੇਂ ਉਹ ਕਚਰੇ ਵਾਲਾ ਇੰਨੀ ਜਲਦੀ ਨਾਲ ਲੱਗ ਰਿਹਾ ਸੀ ਤੇ ਆਉਂਦੇ ਹੀ ਕੂੜੇ ਦੀ ਇਹ ਬਾਸਕਟ ਵੱਲ ਵਧਿਆ ਸੀ। ਮੈਨੂੰ ਉਸ ਦੇ ਇਸ ਵਾਲੇ ਡੱਬੇ ਨੂੰ ਅਲੱਗ ਤੋਂ ਖਾਲੀ ਕਰਨਾ ਯਾਦ ਆ ਗਿਆ ਤੇ ਅਗਲੇ ਦਿਨ ਫਿਰ ਤੋਂ ਜਦੋਂ ਮੈਂ ਕੂੜੇ ਵਾਲੇ ਨੂੰ ਕੂੜਾ ਦੇਣ ਗਈ ਤਾਂ ਅੱਜ ਫਿਰ ਉਵੇਂ ਹੀ ਕੀਤਾ ਜਿਵੇਂ ਉਸਨੇ ਕੱਲ੍ਹ ਕੀਤਾ ਸੀ। ਅੱਜ ਵੀ ਉਹ ਕੂੜੇ ਵਾਲਾ ਬਹੁਤ ਜਲਦੀ ਵਿੱਚ ਲੱਗ ਰਿਹਾ ਸੀ ਤੇ ਅੰਦਰ ਆ ਕੇ ਖੁਦ ਹੀ ਕੂੜੇ ਦੇ ਡੱਬੇ ਨੂੰ ਉਠਾਇਆ ਸੀ। ਇਸ ਕਰਕੇ ਮੈਂ ਦੇਖ ਨਾ ਸਕੀ ਕਿ ਇਸ ਡੱਬੇ ਵਿੱਚ ਇਹੋ ਜਿਹਾ ਕੀ ਆ ਜੋ ਇੰਨਾ ਖੁਸ਼ ਹੋ ਜਾਂਦਾ ਸੀ। ਇੰਨਾ ਤਾਂ ਮੈਂ ਸਮਝ ਗਈ ਸੀ ਕਿ ਦੀਦੀ ਜਦੋਂ ਕਮਰੇ ਦੀ ਸਫਾਈ ਕਰਦੀ ਸੀ ਤਾਂ ਇਹੀ ਲਾਲ ਵਾਲਾ ਕੂੜੇ ਦਾ ਡੱਬਾ ਆਪਣੇ ਕਮਰੇ ਵਿੱਚ ਲੈ ਕੇ ਜਾਂਦੀ ਸੀ ਤੇ ਸਵੇਰੇ ਕੂੜੇ ਵਾਲਾ ਆ ਕੇ ਇਸ ਡੱਬੇ ਨੂੰ ਚੁੱਕ ਕੇ ਲੈ ਜਾਂਦਾ ਸੀ। ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਇਸ ਡੱਬੇ ਵਿੱਚ ਅਜਿਹਾ ਕੀ ਸੀ ਜੋ ਕੂੜੇ ਵਾਲਾ ਇੰਨਾ ਖੁਸ਼ ਹੋ ਜਾਂਦਾ ਸੀ। ਹੁਣ ਮੈਂ ਸੋਚ ਲਿਆ ਸੀ ਕਿ ਕੱਲ੍ਹ ਨੂੰ ਕੂੜੇ ਵਾਲੇ ਨੂੰ ਕੂੜਾ ਦੇਣ ਤੋਂ ਪਹਿਲਾਂ ਮੈਂ ਜ਼ਰੂਰ ਦੇਖਾਂਗੀ ਇਸ ਡੱਬੇ ਵਿੱਚ ਆਖਰ ਅਜਿਹਾ ਕੀ ਆ। ਲੇਕਿਨ ਅਗਲੇ ਦਿਨ ਅਜਿਹਾ ਕਰਨ ਦੀ ਨੌਬਤ ਨਹੀਂ ਆਈ, ਕਿਉਂਕਿ ਅੱਜ ਜੀਜੂ ਨੂੰ ਵਾਪਸ ਜਾਣਾ ਸੀ
ਜੀਜੂ ਵਾਪਸ ਚਲੇ ਗਏ। ਜੀਜੂ ਦੇ ਜਾਂਦੇ ਹੀ ਦੀਦੀ ਫਿਰ ਤੋਂ ਨਾਰਮਲ ਰੁਟੀਨ ਵਿੱਚ ਵਾਪਸ ਆ ਗਈ। ਅੱਜ ਉਹ ਬਹੁਤ ਜ਼ਿਆਦਾ ਰਿਲੈਕਸ ਲੱਗ ਰਹੀ ਸੀ। ਨਹਾ ਧੋ ਕੇ ਸਾਫ਼ ਸੁਥਰੀ ਤੇ ਨਿਖਰੀ ਲੱਗ ਰਹੀ ਸੀ। ਉਹ ਮੈਲੇ ਕੱਪੜੇ ਵੀ ਉਸਨੇ ਬਦਲ ਲਏ ਸੀ। ਇਹ ਦੇਖ ਕੇ ਮੈਨੂੰ ਬਹੁਤ ਤਾਜੁਬ ਹੋਇਆ ਕਿ ਜੋ ਕੰਮ ਉਸਨੂੰ ਜੀਜੂ ਦੇ ਆਉਣ ਤੋਂ ਪਹਿਲਾਂ ਕਰਨਾ ਚਾਹੀਦਾ ਸੀ, ਉਹ ਕੰਮ ਉਸਨੇ ਜੀਜੂ ਦੇ ਜਾਣ ਤੋਂ ਬਾਅਦ ਕੀਤਾ। ਕਿਉਂਕਿ ਮੈਂ ਦੀਦੀ ਨਾਲ ਇਸ ਬਾਰੇ ਵਿੱਚ ਕੋਈ ਸਵਾਲ ਨਹੀਂ ਕੀਤਾ ਤੇ ਚੁੱਪ ਰਹੀ। ਅੱਜ ਕੂੜੇ ਵਾਲਾ ਆਇਆ ਤੇ ਆਉਂਦੇ ਹੀ ਮੈਨੂੰ ਪੁੱਛਣ ਲੱਗਾ, ਮੈਡਮ ਜੀ ਤੁਹਾਡੇ ਜੀਜੂ ਚਲੇ ਗਏ? ਮੈਂ ਉਸਨੂੰ ਕੋਈ ਜਵਾਬ ਨਾ ਦਿੱਤਾ, ਸਿਰਫ ਹਾਂ ਵਿੱਚ ਸਿਰ ਹਿਲਾ ਦਿੱਤਾ। ਮੈਨੂੰ ਇਹ ਕੂੜੇ ਵਾਲਾ ਵੀ ਬਹੁਤ ਅਜੀਬ ਅਤੇ ਸਿਰਫਿਰਾ ਲੱਗ ਰਿਹਾ ਸੀ। ਮੈਂ ਜਲਦੀ ਨਾਲ ਦਰਵਾਜ਼ਾ ਬੰਦ ਕਰ ਦਿੱਤਾ, ਕਿਉਂਕਿ ਅੱਜ ਦੇ ਸਮੇਂ ਵਿੱਚ ਲੋਕਾਂ ਦਾ ਕੋਈ ਭਰੋਸਾ ਨਹੀਂ ਕਿ ਕਿਤੇ ਜੀਜੂ ਦੀ ਵਾਪਸੀ ਦਾ ਸੁਣ ਕੇ ਇਹ ਕੂੜੇ ਵਾਲਾ ਚੋਰੀ ਦੇ ਇਰਾਦੇ ਨਾਲ ਸਾਡੇ ਘਰ ਵਿੱਚ ਨਾ ਘੁਸ ਜਾਵੇ, ਜਾਂ ਫਿਰ ਕਿਸੇ ਹੋਰ ਬੁਰੇ ਇਰਾਦੇ ਦੇ ਨਾਲ। ਇਹ ਸੋਚ ਕੇ ਮੈਂ ਬਹੁਤ ਜ਼ਿਆਦਾ ਡਰ ਗਈ ਸੀ। ਜਦੋਂ ਤੱਕ ਜੀਜੂ ਘਰ ਨਹੀਂ ਸੀ ਤਾਂ ਕੂੜੇ ਵਾਲਾ ਵੀ ਲੇਟ ਹੀ ਆਉਂਦਾ ਤੇ ਬਿਨਾਂ ਕਿਸੇ ਖੁਸ਼ੀ ਦੇ ਬਹੁਤ ਹੀ ਆਰਾਮ ਨਾਲ ਕੂੜਾ ਉਠਾ ਕੇ ਲੈ ਜਾਂਦਾ। ਮੈਨੂੰ ਇਹ ਸਭ ਦਾ ਵਰਤਾਵ ਬਹੁਤ ਹੈਰਾਨ ਕਰ ਰਿਹਾ ਸੀ। ਕਦੇ ਦੀਦੀ ਅਜਿਹੀ ਕੋਈ ਗੱਲ ਕਰ ਜਾਂਦੀ, ਮੈਨੂੰ ਹੈਰਾਨੀ ਹੁੰਦੀ ਕਿ ਦੀਦੀ ਇਹ ਕੀ ਬੋਲ ਰਹੀ ਆ। ਜੇ ਦੁਬਾਰਾ ਮੈਂ ਉਸਨੂੰ ਪੁੱਛਦੀ ਤਾਂ ਦੀਦੀ ਗੱਲ ਨੂੰ ਟਾਲ ਦਿੰਦੀ। ਹੁਣ ਮੈਨੂੰ ਅਜਿਹਾ ਲੱਗਣ ਲੱਗਿਆ ਸੀ ਕਿ ਸ਼ਾਇਦ ਉਹਨਾਂ ਦੀ ਤਬੀਅਤ ਖਰਾਬ ਹੈ। ਪੂਰੇ 15 ਦਿਨ ਹੋ ਗਏ ਤਾਂ ਜੀਜੂ ਫਿਰ ਤੋਂ ਵਾਪਸ ਆ ਗਏ। ਮੈਂ ਜੀਜੂ ਦੇ ਆਉਣ 'ਤੇ ਬਹੁਤ ਖੁਸ਼ ਸੀ, ਪਰ ਦੀਦੀ ਅੱਜ ਸਵੇਰ ਹੀ ਪਰੇਸ਼ਾਨ ਤੇ ਉਦਾਸ ਲੱਗ ਰਹੀ ਸੀ। ਜੀਜੂ ਦੇ ਆਉਣ ਨਾਲ ਦੀਦੀ ਨੂੰ ਬਿਲਕੁਲ ਵੀ ਖੁਸ਼ੀ ਨਾ ਹੋਈ ਤੇ ਇਹ ਗੱਲ ਨੂੰ ਦੇਖ ਕੇ ਮੈਨੂੰ ਬਹੁਤ ਬੁਰਾ ਲੱਗਿਆ। ਮੈਂ ਇਹੀ ਸੋਚਦੀ ਰਹਿੰਦੀ ਕਿ ਦੀਦੀ ਦਾ ਵਰਤਾਵ ਅਜਿਹਾ ਕਿਉਂ ਹੁੰਦਾ। ਉਹ ਮੇਰੇ ਜੀਜੂ ਸਾਰਾ ਦਿਨ ਘਰ ਤੋਂ ਬਾਹਰ ਜਾ ਕੇ ਸਾਡੇ ਲਈ ਮਿਹਨਤ ਕਰਦੇ ਤੇ ਸ਼ਹਿਰ ਤੋਂ ਦੂਰ ਇਕੱਲੇ ਰਹਿ ਕੇ ਵੀ ਉਹਨਾਂ ਨੂੰ ਸਾਡੀ ਫਿਕਰ ਹੁੰਦੀ। ਸਾਨੂੰ ਥੋੜੀ ਜਿਹੀ ਕੋਈ ਪ੍ਰੋਬਲਮ ਹੁੰਦੀ ਤਾਂ ਉਹ ਭੱਜ ਕੇ ਸਾਡੇ ਲਈ ਘਰ ਆ ਜਾਂਦੇ। ਮੈਨੂੰ ਆਪਣੇ ਜੀਜੂ ਨਾਲ ਬਹੁਤ ਮੁਹੱਬਤ ਸੀ। ਘਰ ਵਿੱਚ ਸਿਰਫ ਦੀਦੀ, ਮੈਂ ਅਤੇ ਮੇਰਾ ਛੋਟਾ ਭਾਈ ਰਹਿੰਦੇ ਸੀ। ਜੀਜੂ ਦੂਜੇ ਸ਼ਹਿਰ ਵਿੱਚ ਰਹਿੰਦੇ ਸੀ। ਸ਼ੁਰੂ ਵਿੱਚ ਤਾਂ ਦੀਦੀ ਅਜਿਹੀ ਨਹੀਂ ਸੀ, ਪਰ ਹੁਣ ਨਾ ਜਾਣੇ ਦੀਦੀ ਨੂੰ ਅਜਿਹਾ ਕੀ ਹੋ ਗਿਆ ਸੀ। ਫਿਰ ਮੈਂ ਸੋਚਿਆ ਹੋ ਸਕਦਾ ਦੀਦੀ ਅਤੇ ਜੀਜੂ ਵਿੱਚ ਕੋਈ ਨਾਰਾਜ਼ਗੀ ਚੱਲ ਰਹੀ ਹੋਵੇ ਅਤੇ ਦੀਦੀ ਜੀਜੂ ਨਾਲ ਨਾਰਾਜ਼ ਹੋਵੇ। ਅੱਜ ਵੀ ਮੈਂ ਦੀਦੀ ਨੂੰ ਆਪਣੇ ਕਮਰੇ ਦੀ ਸਫਾਈ ਦੇ ਇਰਾਦੇ ਨਾਲ ਕਚਰੇ ਦੀ ਬਾਸਕਟ ਲਿਜਾਂਦੇ ਹੋਏ ਦੇਖਿਆ ਤਾਂ ਮੇਰੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਆਉਣ ਲੱਗੇ। ਸਵੇਰ ਜਦੋਂ ਕਚਰੇ ਵਾਲਾ ਕਚਰਾ ਲੈਣ ਆਇਆ ਤਾਂ ਮੈਂ ਕਚਰੇ ਵਾਲੇ ਨੂੰ ਕਚਰਾ ਦੇਣ ਦੇ ਲਈ ਗਈ ਤਾਂ ਮੈਂ ਇਹ ਦੇਖ ਕੇ ਬੇਹੋਸ਼ ਹੁੰਦੇ ਬਚੀ। ਮੇਰਾ ਸਿਰ ਬੁਰੀ ਤਰ੍ਹਾਂ ਚਕਰਾ ਗਿਆ। ਮੈਂ ਦੀਵਾਰ ਦੇ ਸਹਾਰੇ ਖੁਦ ਨੂੰ ਡਿੱਗਣ ਤੋਂ ਬਚਾਇਆ। ਮੈਂ ਇਹ ਸਭ ਕੁਝ ਕੀ ਦੇਖ ਰਹੀ ਸੀ? ਮੈਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਦਿਲ ਵਿੱਚ ਸੋਚਿਆ ਕਿ ਇਹ ਸਭ ਕੁਝ ਦੀਦੀ ਨੇ ਇਸ ਕਚਰੇ ਦੇ ਡੱਬੇ ਵਿੱਚ ਪਾਇਆ ਹੈ। ਇਹ ਸਭ ਕੁਝ ਸੱਚ ਸੀ ਤਾਂ ਇਹ ਬਹੁਤ ਹੀ ਅਜੀਬ ਸੱਚ ਸੀ। ਦੀਦੀ ਦੀ ਦਿਮਾਗੀ ਹਾਲਤ ਠੀਕ ਸੀ। ਕੋਈ ਵੀ ਇਨਸਾਨ ਆਪਣੇ ਹੋਸ਼ ਹਵਾਸ ਵਿੱਚ ਅਜਿਹਾ ਕਿਵੇਂ ਕਰ ਸਕਦਾ? ਆਖਰ ਮੇਰੀ ਦੀਦੀ ਅਜਿਹਾ ਕਿਉਂ ਕਰ ਰਹੀ ਸੀ? ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ। ਮੈਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਆ ਰਿਹਾ ਸੀ। ਤਾਂ ਉਦੋਂ ਹੀ ਕੂੜੇ ਵਾਲਾ ਅੱਗੇ ਆਉਂਦਾ ਹੋਇਆ ਦਿਖਾਈ ਦਿੱਤਾ, ਪਰ ਮੈਂ ਕੂੜੇ ਦੇ ਡੱਬੇ ਵਿੱਚੋਂ ਉਹ ਚੀਜ਼ਾਂ ਕੱਢ ਲਈਆਂ। ਉਹ ਕੂੜੇ ਵਾਲਾ ਖੁਸ਼ੀ ਅੱਗੇ ਵੱਧ ਰਿਹਾ ਸੀ। ਮੈਨੂੰ ਉਸ ਦੀ ਖੁਸ਼ੀ ਫੁੱਟੀਆਂ ਅੱਖਾਂ ਨਾਲ ਨਹੀਂ ਭਾ ਰਹੀ ਸੀ। ਹੁਣ ਤੱਕ ਪਤਾ ਨਹੀਂ ਉਹ ਕਿੰਨਾ ਕੁ ਕੁਝ ਲਿਜਾ ਚੁੱਕਿਆ ਸੀ। ਹੁਣ ਫਿਰ ਤੋਂ ਦੰਦ ਕੱਢਦਾ ਹੋਇਆ ਆ ਰਿਹਾ ਸੀ, ਕਿਉਂਕਿ ਉਹ ਜੀਜੂ ਦੀ ਕਾਰ ਬਾਹਰ ਖੜੀ ਦੇਖ ਚੁੱਕਾ ਸੀ। ਜਦੋਂ ਮੈਂ ਉਸ ਕੂੜੇ ਵਾਲੇ ਨੂੰ ਡੱਬਾ ਦਿੱਤਾ ਤਾਂ ਉਸਨੇ ਕੁਝ ਤਲਾਸ਼ਣਾ ਸ਼ੁਰੂ ਕਰ ਦਿੱਤਾ। ਜਦੋਂ ਉਸਨੂੰ ਕੁਝ ਨਾ ਮਿਲਿਆ ਤਾਂ ਉਦਾਸ ਹੋ ਕੇ ਚਲਾ ਗਿਆ। ਮੇਰੇ ਤਨ ਬਦਨ ਵਿੱਚ ਅੱਗ ਲੱਗ ਗਈ। ਮੈਂ ਖੁਦ ਨਾਲ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਕਹਿਣ ਲੱਗੀ ਕਿ ਮੈਂ ਜੀਜੂ ਅਤੇ ਭਰਾ ਨੂੰ ਕਹਿ ਕੇ ਇਹ ਕੂੜੇ ਵਾਲੇ ਨੂੰ ਸਬਕ ਸਿਖਾਉਂਦੀ ਹਾਂ। ਫਿਰ ਮੈਂ ਗੁੱਸੇ ਵਿੱਚ ਅੰਦਰ ਆ ਗਈ। ਹੁਣ ਮੈਂ ਦੀਦੀ ਦੇ ਕੋਲ ਜਾ ਰਹੀ ਸੀ। ਮੈਨੂੰ ਦੀਦੀ ਤੋਂ ਆਪਣੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੈਣੇ ਸੀ, ਲੇਕਿਨ ਅੰਦਰ ਜਾ ਕੇ ਮੇਰੇ ਸਾਹਮਣਾ ਜੀਜੂ ਨਾਲ ਹੋ ਗਿਆ। ਉਹਨਾਂ ਨੇ ਮੈਨੂੰ ਆਪਣੇ ਨਾਲ ਬਿਠਾ ਲਿਆ। ਕੀ ਗੱਲ ਆ ਬੇਟਾ, ਬਹੁਤ ਪਰੇਸ਼ਾਨ ਲੱਗ ਰਹੀ ਆ, ਕੋਈ ਮਸਲਾ ਏ? ਉਹਨਾਂ ਨੇ ਪੁੱਛਣ ਦੀ ਦੇਰ ਸੀ ਕਿ ਮੈਂ ਗੁੱਸੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ। ਜੀਜੂ, ਮੈਨੂੰ ਦੀਦੀ ਨਾਲ ਸ਼ਿਕਾਇਤ ਹੈ। ਵੈਸੇ ਤਾਂ ਉਹ ਬਹੁਤ ਖੁਸ਼ ਰਹਿੰਦੀ ਆ, ਪਰ ਜਿਵੇਂ ਹੀ ਤੁਸੀਂ ਘਰ ਆ ਜਾਂਦੇ ਹੋ ਤਾਂ ਉਹਨਾਂ ਦਾ ਮੂਡ ਖਰਾਬ ਹੋ ਜਾਂਦਾ, ਚਿੜਚਿੜਾ ਹੋ ਜਾਂਦਾ, ਖੋਈ ਰਹਿੰਦੀ ਆ। ਮੈਨੂੰ ਅਜਿਹਾ ਲੱਗਦਾ ਜਿਵੇਂ ਦੀਦੀ ਤੁਹਾਡੇ ਆਉਣ ਨਾਲ ਬਿਲਕੁਲ ਵੀ ਖੁਸ਼ ਨਹੀਂ ਹੁੰਦੀ। ਮੈਨੂੰ ਬਹੁਤ ਦੁੱਖ ਹੁੰਦਾ ਹੈ। ਤੁਸੀਂ ਵੀ ਤਾਂ ਇਹ ਸਭ ਕੁਝ ਫੀਲ ਕੀਤਾ ਹੋਵੇਗਾ। ਮੈਂ ਇੱਕ ਹੀ ਸਾਹ ਵਿੱਚ ਸਭ ਕੁਝ ਬੋਲ ਗਈ। ਜੀਜੂ ਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਬਾਹਰ ਚੱਲਣ ਦੇ ਲਈ ਕਿਹਾ। ਸਾਡੇ ਘਰ ਦੇ ਪਿੱਛੇ ਇੱਕ ਛੋਟਾ ਜਿਹਾ ਗਾਰਡਨ ਸੀ,
ਜੀਜੂ ਮੈਨੂੰ ਉੱਥੇ ਲੈ ਕੇ ਚਲੇ ਗਏ। ਬੇਟਾ ਮੈਂ ਤੈਨੂੰ ਇਸ ਲਈ ਇੱਥੇ ਬਾਹਰ ਲੈ ਕੇ ਆਇਆ, ਸਾਡੀ ਕੋਈ ਗੱਲ ਤੇਰੀ ਦੀਦੀ ਨਾ ਸੁਣ ਸਕੇ। ਤੇਰੀ ਦੀਦੀ ਦੇ ਲਈ ਤੂੰ ਆਪਣੇ ਦਿਲ ਵਿੱਚ ਕੋਈ ਵੀ ਗਲਤਫਹਿਮੀ ਪੈਦਾ ਨਾ ਕਰ। ਪਰ ਮੈਨੂੰ ਇਹ ਗਲਤਫਹਿਮੀ ਨਹੀਂ ਬਲਕਿ ਇਹ ਸੱਚ ਆ। ਮੈਂ ਆਪਣੀਆਂ ਅੱਖਾਂ ਨਾਲ ਸਭ ਕੁਝ ਦੇਖਿਆ। ਤੁਸੀਂ ਉਹ ਸਭ ਤੋਂ ਅਣਜਾਣ ਹੋ। ਦੀਦੀ ਸ਼ਾਇਦ ਤੁਹਾਡੇ ਤੋਂ ਲੁਕ ਕੇ ਅਜਿਹਾ ਕਰਦੀ ਆ, ਪਰ ਮੈਂ ਬਹੁਤ ਪਰੇਸ਼ਾਨ ਆ। ਦੀਦੀ ਨੇ ਆਪਣੀ ਸਾਰੀ ਜ਼ਿੰਦਗੀ ਸੰਭਲ ਕੇ ਗੁਜ਼ਾਰੀ ਆ। ਹਰ ਚੀਜ਼ ਦਾ ਹਿਸਾਬ ਕਿਤਾਬ ਰੱਖਿਆ ਹੈ। ਛੋਟੀਆਂ ਚੀਜ਼ਾਂ 'ਤੇ ਵੀ ਖਾਸ ਤਵੱਜੋ ਦਿੱਤੀ ਹੈ। ਹੁਣ ਉਹ ਆਪਣੀ ਉਮਰ ਦੇ ਇਸ ਹਿੱਸੇ ਵਿੱਚ ਆ ਕੇ ਅਜਿਹੀਆਂ ਅਜੀਬ ਹਰਕਤਾਂ ਕਿਉਂ ਕਰਨ ਲੱਗੀ ਹੈ? ਤੇਰੀ ਦੀਦੀ ਆਪਣੇ ਬੱਸ ਵਿੱਚ ਨਹੀਂ ਹੈ। ਕੁਝ ਸਮੇਂ ਤੋਂ ਉਹ ਜ਼ਹਿਨੀ ਤਣਾਅ ਦਾ ਸ਼ਿਕਾਰ ਹੈ। ਜੀਜੂ ਦੀ ਗੱਲ 'ਤੇ ਮੈਂ ਗੁੱਸੇ ਹੋਈ ਤੇ ਮੈਂ ਉਸ ਨੂੰ ਕਹਿਣ ਲੱਗੀ, ਜੀਜੂ ਤੁਸੀਂ ਦੀਦੀ ਦੀ ਸਾਈਡ ਨਾ ਲਓ। ਤੁਸੀਂ ਇੰਨੇ ਕਮਜ਼ੋਰ ਕਦੋਂ ਤੋਂ ਹੋ ਗਏ ਕਿ ਗਲਤ ਗੱਲ 'ਤੇ ਵੀ ਉਹਨਾਂ ਦੀ ਤਰਫਦਾਰੀ ਕਰ ਰਹੇ ਹੋ? ਆਖਰ ਅਜਿਹੀ ਕਿਹੜੀ ਗੱਲ ਆ ਜੋ ਤੁਸੀਂ ਇੰਨੇ ਮਜਬੂਰ ਹੋ ਗਏ ਤੇ ਦੀਦੀ ਦੀ ਗਲਤੀ 'ਤੇ ਪਰਦਾ ਪਾ ਰਹੇ ਹੋ? ਬੇਟਾ ਮੈਂ ਕੋਈ ਗਲਤੀ 'ਤੇ ਪਰਦਾ ਨਹੀਂ ਪਾ ਰਿਹਾ ਤੇ ਨਾ ਹੀ ਮੈਂ ਉਸ ਦੀ ਸਾਈਡ ਲੈ ਰਿਹਾ। ਤੂੰ ਇੱਕ ਵਾਰ ਧਿਆਨ ਨਾਲ ਮੇਰੀ ਗੱਲ ਸੁਣ, ਫਿਰ ਤੇਰੀਆਂ ਸਾਰੀਆਂ ਸ਼ਿਕਾਇਤਾਂ ਦੂਰ ਹੋ ਜਾਣਗੀਆਂ। ਪਰ ਜੀਜੂ ਤੁਸੀਂ ਇਹ ਸਭ ਕੁਝ ਦੇਖੋ। ਅੱਜ ਸਵੇਰ ਜਦੋਂ ਮੈਂ ਕੂੜੇ ਵਾਲੇ ਨੂੰ ਕੂੜਾ ਦੇਣ ਲੱਗੀ ਤਾਂ ਮੈਂ ਕੂੜੇ ਦੀ ਬਾਸਕਟ ਵਿੱਚ ਇਹ ਸਭ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ। ਰਾਤ ਨੂੰ ਦੀਦੀ ਆਪਣੇ ਕਮਰੇ ਦੀ ਸਫਾਈ ਦੇ ਬਹਾਨੇ ਕਚਰੇ ਦਾ ਇਹ ਵਾਲਾ ਬਾਸਕਟ ਅੰਦਰ ਲੈ ਕੇ ਜਾਂਦੀ ਆ ਤੇ ਇਹ ਸਭ ਬਾਸਕਟ ਵਿੱਚ ਅਜਿਹੀਆਂ ਚੀਜ਼ਾਂ ਪਾ ਦਿੰਦੀ ਆ ਤੇ ਪਤਾ ਨਹੀਂ ਕਦੋਂ ਤੋਂ ਇਹ ਸਭ ਕੁਝ ਕਰ ਰਹੀ ਆ। ਕੂੜੇ ਵਾਲੇ ਦੀ ਤਾਂ ਐਸ਼ ਹੋ ਰਹੀ ਆ। ਮੇਰੀ ਦੀਦੀ ਇੰਨੀ ਲਾਪਰਵਾਹੀ ਤਾਂ ਕਦੇ ਵੀ ਨਹੀਂ ਸੀ। ਹੁਣ ਉਹਨਾਂ ਨੂੰ ਅਜਿਹਾ ਕੀ ਹੋ ਗਿਆ? ਕਚਰੇ ਦੀ ਬਾਸਕਟ ਵਿੱਚੋਂ ਆਪਣੇ ਪੈਸੇ ਤੇ ਤੁਹਾਡੇ ਵੱਲੋਂ ਲਿਆਂਦੇ ਗਏ ਮਹਿੰਗੇ ਗਿਫਟ ਪਾ ਦਿੰਦੀ ਆ। ਤੁਹਾਡੀ ਅਤੇ ਦੀਦੀ ਦੇ ਵਿਆਹ ਦੀਆਂ ਫੋਟੋਆਂ 2 ਟੁਕੜਿਆਂ ਵਿੱਚ ਫਟੀਆਂ ਹੋਈਆਂ ਕੂੜੇ ਦੇ ਡੱਬੇ ਵਿੱਚੋਂ ਪਈਆਂ ਹੋਈਆਂ ਸੀ। ਕੱਲ੍ਹ ਤੋਂ ਤਾਂ ਇਹ ਸਭ ਮਹਿੰਗਾ ਵਾਲਾ ਸੈੱਟ ਤੁਸੀਂ ਦੀਦੀ ਦੇ ਲਈ ਲਿਆਏ ਸੀ। ਕੀ ਹੋ ਗਿਆ ਹੈ ਦੀਦੀ ਨੂੰ? ਆਖਰ ਦੀਦੀ ਅਜਿਹਾ ਕਿਉਂ ਕਰ ਰਹੀ ਆ? ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ। ਮੈਂ ਆਪਣਾ ਸਿਰ ਫੜ ਕੇ ਬੈਠ ਗਈ। ਪਰ ਤੁਸੀਂ ਕੁਝ ਜਾਣਦੇ ਹੋ ਤਾਂ ਪਲੀਜ਼ ਮੈਨੂੰ ਦੱਸੋ। ਮੇਰੀ ਪਰੇਸ਼ਾਨੀ ਦੂਰ ਕਰੋ। ਕਿਵੇਂ ਕੋਈ ਔਰਤ ਇੰਨੇ ਮਹਿੰਗੇ ਇੰਨੇ ਕੀਮਤੀ ਗਿਫਟ ਅਤੇ ਪੈਸੇ ਕੂੜੇ ਦੇ ਬਾਸਕਟ ਵਿੱਚ ਪਾ ਸਕਦੀ ਆ? ਬੇਟਾ ਅੱਜ ਮੈਂ ਤੈਨੂੰ ਸਭ ਕੁਝ ਸੱਚ ਦੱਸਦਾ। ਤੇਰੀ ਦੀਦੀ ਇਸ ਸਮੇਂ ਇੱਕ ਦਿਮਾਗੀ ਬਿਮਾਰੀ ਨਾਲ ਗੁਜ਼ਰ ਰਹੀ ਆ। ਤੂੰ ਡਬਲ ਪਰਸਨੈਲਿਟੀ ਡਿਸਆਰਡਰ ਦਾ ਤਾਂ ਸੁਣਿਆ ਹੋਵੇਗਾ ਤੇ ਪੜ੍ਹਿਆ ਵੀ ਹੋਵੇਗਾ ਕਿਉਂਕਿ ਤੂੰ ਸਾਈਕੋਲੋਜੀ ਦੀ ਸਟੂਡੈਂਟ ਆ। ਤੇਰੀ ਦੀਦੀ ਮਲਟੀਪਲ ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਹੋ ਗਈ ਆ, ਜਿਸ ਵਿੱਚ ਇਨਸਾਨ ਖੁਦ ਨੂੰ ਅਲੱਗ-ਅਲੱਗ ਰੂਪ ਵਿੱਚ ਢਾਲ ਲੈਂਦਾ ਹੈ। ਉਹ ਇੱਕ ਹੀ ਸਮੇਂ ਵਿੱਚ ਆਪਣੇ ਕਈ ਰੂਪ ਜੀਂਦਾ ਹੈ। ਇਸ ਬਿਮਾਰੀ ਦੇ ਮਰੀਜ਼ ਖੁਦ ਨੂੰ ਅਲੱਗ-ਅਲੱਗ ਰੂਪ ਦੇ ਵਿੱਚ ਅਲੱਗ-ਅਲੱਗ ਇਨਸਾਨ ਸਮਝਣ ਲੱਗਦਾ ਹੈ। ਕੁਝ ਮਰੀਜ਼ ਤਾਂ ਬਹੁਤ ਸਾਰੇ ਪਰਸਨੈਲਿਟੀ ਦਾ ਸ਼ਿਕਾਰ ਹੁੰਦੇ ਹਨ, ਪਰ ਤੇਰੀ ਦੀਦੀ ਵੈਸੇ ਤਾਂ ਸਾਰਾ ਟਾਈਮ ਆਪਣੇ ਹੀ ਰੂਪ ਵਿੱਚ ਰਹਿੰਦੀ ਹੈ ਤੇ ਜਿਉਂਦੀ ਹੈ। ਪਰ ਜਿਵੇਂ ਹੀ ਮੈਂ ਆਉਂਦਾ ਹਾਂ ਤਾਂ ਉਹ ਖੁਦ ਨੂੰ ਇੱਕ ਅਲੱਗ ਇਨਸਾਨ ਸਮਝਣ ਲੱਗਦੀ ਹੈ ਤੇ ਇਸ ਫੇਸ ਵਿੱਚ ਉਸ ਖੁਦ ਨੂੰ ਜਵਾਨ ਸਮਝਦੀ ਹੈ ਤੇ ਮੈਨੂੰ ਨਫ਼ਰਤ ਕਰਦੀ ਆ। ਮੈਨੂੰ ਪਸੰਦ ਨਹੀਂ ਕਰਦੀ। ਉਹ ਹਰ ਤਰੀਕੇ ਨਾਲ ਮੈਨੂੰ ਨਫ਼ਰਤ ਦਾ ਇਜ਼ਹਾਰ ਕਰਦੀ। ਮੇਰੀ ਨਫ਼ਰਤ ਉਸ ਦੇ ਦਿਮਾਗ ਵਿੱਚ ਇਸ ਕਦਰ ਹਾਵੀ ਹੋ ਜਾਂਦੀ ਆ ਕਿ ਮੇਰੇ ਦਿੱਤੇ ਗਏ ਪੈਸੇ, ਮੇਰੇ ਲਿਆਂਦੇ ਗਏ ਗਿਫਟ ਤੱਕ ਸੁੱਟ ਦਿੰਦੀ ਆ। ਉਸ ਨੂੰ ਇਸਤੇਮਾਲ ਵੀ ਨਹੀਂ ਕਰਦੀ। ਜਦੋਂ ਤੱਕ ਮੈਂ ਘਰ ਵਿੱਚ ਰਹਿੰਦਾ ਤਾਂ ਪੂਰਾ ਹਫ਼ਤਾ ਤੇਰੀ ਦੀਦੀ ਇਸ ਫੇਸ ਵਿੱਚ ਰਹਿੰਦੀ ਆ। ਜਿਵੇਂ ਹੀ ਮੈਂ ਚਲਾ ਜਾਂਦਾ ਹਾਂ ਤਾਂ ਫਿਰ ਤੋਂ ਉਹ ਆਪਣੇ ਰੂਪ ਵਿੱਚ ਆ ਜਾਂਦੀ ਆ। ਇਹ ਸਭ ਵਿੱਚ ਉਸ ਦੀ ਕੋਈ ਗਲਤੀ ਨਹੀਂ ਬਲਕਿ ਉਹ ਤਾਂ ਬਿਮਾਰੀ ਆ। ਉਸ ਵਿਚਾਰੀ ਨੂੰ ਤਾਂ ਖੁਦ ਨਹੀਂ ਪਤਾ ਕਿ ਉਹ ਆਪਣੇ ਨਾਲ ਕੀ ਕਰ ਰਹੀ ਆ। ਕਹਿਣ ਨੂੰ ਤਾਂ ਤੈਨੂੰ ਇਹ ਸਾਰੀਆਂ ਗੱਲਾਂ ਕਹਾਣੀਆਂ ਵਰਗੀਆਂ ਲੱਗਦੀਆਂ ਹੋਣਗੀਆਂ ਜਾਂ ਸਿਰਫ ਕਿਤਾਬੀ ਗੱਲਾਂ ਲੱਗਣਗੀਆਂ, ਪਰ ਸੱਚ ਇਹੀ ਆ। ਤੇਰੀ ਦੀਦੀ ਨੂੰ ਇਸ ਲਈ ਕੁਝ ਨਹੀਂ ਬੋਲਦਾ। ਇਹੀ ਵਜ੍ਹਾ ਕਿ ਮੈਂ ਉਸ ਦੀ ਬੇਰੁਖੀ ਨਫ਼ਰਤ ਬਰਦਾਸ਼ਤ ਕਰ ਜਾਂਦਾ। ਤੇਰੀ ਦੀਦੀ ਨੇ ਸਾਰੀ ਜ਼ਿੰਦਗੀ ਸਾਡੇ ਲਈ ਇੰਨਾ ਕੁਝ ਕੀਤਾ, ਆਪਾਂ ਉਸ ਦੇ ਲਈ ਇੰਨਾ ਨਹੀਂ ਕਰ ਸਕਦੇ। ਜੀਜੂ ਦੀਆਂ ਗੱਲਾਂ ਸੁਣ ਕੇ ਤਾਂ ਮੇਰੀਆਂ ਅੱਖਾਂ ਫਟੀਆਂ ਰਹਿ ਗਈਆਂ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਸੱਚ ਵਿੱਚ ਜੋ ਮੈਂ ਹੁਣ ਤੱਕ ਪੜ੍ਹਦੀ ਆ ਰਹੀ ਸੀ ਅਜਿਹਾ ਸੱਚ ਵੀ ਹੁੰਦਾ ਹੈ, ਬਲਕਿ ਕਿਤੇ ਹੋਰ ਨਹੀਂ। ਇਸ ਦੀ ਜਿਉਂਦੀ ਜਾਗਦੀ ਮਿਸਾਲ ਮੇਰੀਆਂ ਅੱਖਾਂ ਦੇ ਸਾਹਮਣੇ ਸੀ, ਉਹ ਵੀ ਮੇਰੀ ਜਾਨ ਤੋਂ ਪਿਆਰੀ ਭੈਣ ਦੇ ਰੂਪ ਵਿੱਚ। ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ। ਹੁਣ ਤੱਕ ਮੈਂ ਸ਼ੱਕ ਵਿੱਚ ਉੱਥੇ ਹੀ ਜੰਮੀ ਬੈਠੀ ਸੀ। ਮੇਰੇ ਤੋਂ ਕੁਝ ਨਹੀਂ ਬੋਲਿਆ ਜਾ ਰਿਹਾ ਸੀ, ਪਰ ਜੀਜੂ ਅਜਿਹਾ ਕਿਵੇਂ ਹੋ ਸਕਦੇ ਆ? ਦੀਦੀ ਤਾਂ ਬਿਲਕੁਲ ਠੀਕ ਸੀ, ਪਰ ਤੁਸੀਂ ਤਾਂ ਮੈਨੂੰ ਕਦੇ ਨਹੀਂ ਦੱਸਿਆ। ਮੇਰੇ ਤੋਂ ਸਭ ਕੁਝ ਛੁਪਾ ਕੇ ਰੱਖਿਆ। ਦੀਦੀ ਕਦੋਂ ਤੋਂ ਇਸ ਬਿਮਾਰੀ ਨਾਲ ਗੁਜ਼ਰ ਰਹੀ ਆ? ਮੈਂ ਇੰਨੀ ਬੇਖਬਰ ਤੇ ਅਣਜਾਣ ਰਹੀ। ਮੈਨੂੰ ਕੁਝ ਪਤਾ ਹੀ ਨਹੀਂ ਸੀ ਕਿ ਮੇਰੇ ਘਰ ਵਿੱਚ ਕੀ ਹੋ ਰਿਹਾ। ਤੁਸੀਂ ਮੈਨੂੰ ਵੀ ਨਹੀਂ ਦੱਸਿਆ। ਮੈਨੂੰ ਬਹੁਤ ਮਾਯੂਸੀ ਹੋਈ ਤੇ ਬਹੁਤ ਦੁੱਖ ਵੀ ਹੋਇਆ। ਮੈਂ ਹੁਣ ਤੱਕ ਆਪਣੀ ਦੀਦੀ ਨੂੰ ਗਲਤ ਸਮਝ ਰਹੀ ਸੀ ਤੇ ਦਿਲ ਹੀ ਦਿਲ ਵਿੱਚ ਉਸ ਲਈ
ਇੰਨੀਆਂ ਸ਼ਿਕਾਇਤਾਂ ਲਈ ਬੈਠੀ ਸੀ, ਬਲਕਿ ਹੁਣ ਤਾਂ ਮੈਂ ਉਸ ਦੇ ਨਾਲ ਝਗੜਾ ਕਰਨ ਜਾ ਰਹੀ ਸੀ। ਪਰ ਭਲਾ ਹੋਵੇ ਤੁਹਾਡਾ ਕਿ ਤੁਸੀਂ ਮੈਨੂੰ ਰੋਕ ਲਿਆ। ਮੈਂ ਦੀਦੀ ਦੇ ਕੋਲ ਨਹੀਂ ਜਾ ਸਕੀ। ਬੇਟਾ ਤੂੰ ਦੂਰ ਸੀ ਅਤੇ ਆਪਣੀ ਪੜ੍ਹਾਈ ਵਿੱਚ ਬਿਜੀ ਸੀ। ਮੈਂ ਤੈਨੂੰ ਡਿਸਟਰਬ ਨਹੀਂ ਕਰਨਾ ਚਾਹੁੰਦਾ ਸੀ ਤਾਂ ਕਿ ਤੇਰਾ ਧਿਆਨ ਪੜ੍ਹਾਈ ਵਿੱਚ ਹੀ ਲੱਗਿਆ ਰਹੇ। ਤੇਰੇ ਭਰਾ ਨੂੰ ਸਭ ਪਤਾ ਹੈ, ਉਹ ਇਹ ਸਭ ਜਾਣਦਾ ਹੈ ਕਿਉਂਕਿ ਉਹ ਅਤੇ ਤੇਰੀ ਦੀਦੀ ਘਰ ਵਿੱਚ ਇਕੱਲੇ ਰਹਿੰਦੇ ਸੀ। ਇਸ ਲਈ ਰਾਜ ਨੂੰ ਮੈਂ ਸਭ ਕੁਝ ਦੱਸ ਦਿੱਤਾ ਸੀ, ਕਿਉਂਕਿ ਜੇ ਮੇਰੇ ਪਿੱਠ ਪਿੱਛੇ ਇਹ ਸਭ ਕੁਝ ਹੋ ਜਾਂਦਾ ਤਾਂ ਰਾਜ ਮੈਨੂੰ ਫੋਨ ਕਰਕੇ ਸਭ ਕੁਝ ਦੱਸ ਦਿੰਦਾ ਤੇ ਮੈਂ ਫੌਰਨ ਹੀ ਵਾਪਸ ਆ ਜਾਂਦਾ। ਲੇਕਿਨ ਰੱਬ ਦਾ ਸ਼ੁਕਰ ਆ ਕਿ ਤੇਰੀ ਦੀਦੀ ਦੀ ਤਬੀਅਤ ਵੈਸੇ ਤਾਂ ਬਿਲਕੁਲ ਠੀਕ ਰਹਿੰਦੀ ਆ, ਪਰ ਜਦੋਂ ਮੈਨੂੰ ਦੇਖਦੀ ਆ ਤਾਂ ਆਪਣੀ ਪਰਸਨੈਲਿਟੀ ਵਿੱਚ ਵਾਪਸ ਆ ਜਾਂਦੀ ਆ। ਜੀਜੂ ਨੇ ਠੰਡੀ ਸਾਹ ਭਰੀ। ਜੀਜੂ ਦੀਆਂ ਗੱਲਾਂ ਸੁਣ ਕੇ ਮੇਰੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਆਉਣ ਲੱਗੇ। ਪਰ ਜੀਜੂ, ਜਿੱਥੋਂ ਤੱਕ ਮੈਂ ਪੜ੍ਹਿਆ ਹੈ ਤਾਂ ਅਜਿਹੇ ਮਰੀਜ਼ ਦਾ ਕੋਈ ਨਾ ਕੋਈ ਕਨੈਕਸ਼ਨ ਪਾਸਟ ਵਿੱਚ ਜੁੜਿਆ ਹੁੰਦਾ ਹੈ। ਉਸ ਦੇ ਬਚਪਨ ਵਿੱਚ ਜਾਂ ਫਿਰ ਜਵਾਨੀ ਵਿੱਚ ਕੋਈ ਅਜਿਹਾ ਹਾਦਸਾ ਹੋਇਆ ਹੁੰਦਾ ਜਿਸ ਦੀ ਵਜ੍ਹਾ ਨਾਲ ਉਹ ਅੱਗੇ ਉਮਰ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ। ਤੇ ਦੀਦੀ ਦੀ ਤੁਹਾਡੇ ਨਾਲ ਨਫ਼ਰਤ ਤੇ ਰੁੱਖਾਪਣ ਇਸ ਗੱਲ ਦੀ ਨਿਸ਼ਾਨੀ ਹੈ ਕਿ ਤੁਹਾਡੇ ਅਤੇ ਦੀਦੀ ਦੇ ਵਿੱਚ ਕੋਈ ਨਾ ਕੋਈ ਅਜਿਹੀ ਗੱਲ ਜ਼ਰੂਰ ਹੋਈ ਹੋਵੇਗੀ ਜਿਸ ਦੀ ਵਜ੍ਹਾ ਨਾਲ ਦੀਦੀ ਜਦੋਂ ਤੁਹਾਨੂੰ ਦੇਖਦੀ ਹੈ ਉਹਨਾਂ ਨੂੰ ਆਪਣਾ ਪਾਸਟ ਯਾਦ ਆ ਜਾਂਦਾ ਤੇ ਉਹ ਖੁਦ ਨੂੰ ਕਈ ਸਾਲ ਪਿੱਛੇ ਲੈ ਜਾਂਦੀ ਆ। ਜਦੋਂ ਉਹ ਜਵਾਨ ਸੀ ਤਾਂ ਤੁਹਾਡੀ ਦੋਨਾਂ ਦਾ ਨਵਾਂ ਵਿਆਹ ਹੋਇਆ ਸੀ। ਕਿ ਵਿਆਹ ਦੇ ਬਾਅਦ ਸ਼ੁਰੂ ਦੇ ਦਿਨਾਂ ਵਿੱਚ ਦੀਦੀ ਤੁਹਾਡੇ ਨਾਲ ਖੁਸ਼ ਰਹਿੰਦੀ ਸੀ ਕਿ ਕਦੀ ਅਜਿਹੀ ਕੋਈ ਗੱਲ ਹੋਈ ਸੀ ਤੁਹਾਡੇ ਅਤੇ ਦੀਦੀ ਦੇ ਵਿੱਚ ਜਿਸ ਦੀ ਵਜ੍ਹਾ ਨਾਲ ਦੀਦੀ ਦਾ ਵਰਤਾਵ ਤੁਹਾਡੇ ਨਾਲ ਇੰਨਾ ਸਖਤ ਹੋ ਗਿਆ? ਮੈਂ ਆਪਣੇ ਜੀਜੂ ਤੋਂ ਕਾਫੀ ਫ੍ਰੀ ਸੀ, ਇਸ ਲਈ ਬੇਝਿਜਕ ਉਸ ਨਾਲ ਹਰ ਗੱਲ ਸ਼ੇਅਰ ਕਰ ਜਾਂਦੀ ਸੀ ਅਤੇ ਜੀਜੂ ਵੀ ਮੇਰੀ ਕਿਸੇ ਵੀ ਗੱਲ ਦਾ ਬੁਰਾ ਨਹੀਂ ਮੰਨਦੇ ਸੀ। ਅਸੀਂ ਜੀਜਾ ਸਾਲੀ ਦੀ ਬਹੁਤ ਚੰਗੀ ਦੋਸਤੀ ਸੀ। ਅਸੀਂ ਦੋਸਤਾਂ ਦੀ ਤਰ੍ਹਾਂ ਹਰ ਇੱਕ ਗੱਲ ਨੂੰ ਸ਼ੇਅਰ ਕਰਦੇ ਸੀ। ਇਸ ਲਈ ਮੈਂ ਬੇਝਿਜਕ ਜੀਜੂ ਤੋਂ ਹਰ ਗੱਲ ਪੁੱਛ ਰਹੀ ਸੀ। ਮੈਨੂੰ ਅਜਿਹਾ ਤਾਂ ਨਹੀਂ ਲੱਗ ਰਿਹਾ ਸੀ ਕਿ ਮੇਰੇ ਜੀਜੂ ਵਰਗੇ ਇਨਸਾਨ ਵੀ ਕਿਸੇ ਨੂੰ ਕੋਈ ਤਕਲੀਫ ਦੇ ਸਕਦੇ ਹਨ ਜਾਂ ਉਹਨਾਂ ਨੂੰ ਮੇਰੀ ਦੀਦੀ ਨੂੰ ਕੋਈ ਤਕਲੀਫ ਦਿੱਤੀ ਹੋਵੇਗੀ। ਪਰ ਅੱਜ ਮੈਂ ਆਪਣੇ ਦਿਲ ਅਤੇ ਦਿਮਾਗ ਵਿੱਚ ਆਏ ਹੋਏ ਸਾਰੇ ਸਵਾਲਾਂ ਦਾ ਜਵਾਬ ਜੀਜੂ ਤੋਂ ਲੈਣਾ ਚਾਹੁੰਦੀ ਸੀ। ਹਾਂ ਬੇਟਾ, ਅਜਿਹਾ ਹੀ ਸਮਝ ਲੈ। ਸੱਚ ਪੁੱਛੇ ਤਾਂ ਹਰ ਕਹਾਣੀ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ, ਕੋਈ ਨਾ ਕੋਈ ਕਿੱਸਾ ਜ਼ਰੂਰ ਹੁੰਦਾ ਹੈ ਜੋ ਇਨਸਾਨ ਦੇ ਅਤੀਤ ਨਾਲ ਜੁੜ ਜਾਂਦਾ ਹੈ। ਇਨਸਾਨ ਉਮਰ ਦੇ ਕਿਸੇ ਵੀ ਹਿੱਸੇ ਵਿੱਚ ਦਿਮਾਗੀ ਡਿਪਰੈਸ਼ਨ ਇਸ ਤਰ੍ਹਾਂ ਦੀ ਕਿਸੇ ਦੀ ਮੈਂਟੈਲਿਟੀ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ ਤਾਂ ਇਸ ਦੀ ਖਾਸ ਵਜ੍ਹਾ ਅਤੀਤ ਵਿੱਚ ਕੀਤੇ ਗਏ ਗਲਤ ਵਰਤਾਵ, ਜ਼ੁਲਮ ਜਾਂ ਜ਼ਿਆਦਤੀ ਜਾਂ ਕਿਸੇ ਗਲਤ ਗੱਲਾਂ ਦਾ ਨਤੀਜਾ ਹੁੰਦਾ ਹੈ। ਤੇਰੀ ਦੀਦੀ ਦੇ ਨਾਲ ਵੀ ਅਜਿਹਾ ਹੀ ਕੁਝ ਹੋਇਆ ਸੀ ਜਿਸ ਦੀ ਵਜ੍ਹਾ ਨਾਲ ਅੱਜ ਉਹ ਇਸ ਹਾਲਤ ਵਿੱਚ ਹੈ। ਤੇਰੀ ਦੀਦੀ ਬਹੁਤ ਚੰਗੀ ਤੇ ਸ਼ਰੀਫ ਲੜਕੀ ਸੀ। ਉਹ ਮੇਰੀ ਮਾਂ ਦੀ ਦੋਸਤ ਦੀ ਬੇਟੀ ਸੀ, ਪਰ ਉਸਦੇ ਮਾਤਾ-ਪਿਤਾ ਦੇਸ਼ ਤੋਂ ਬਾਹਰ ਕੈਨੇਡਾ ਵਿੱਚ ਰਹਿੰਦੇ ਸੀ। ਉਸ ਦੀ ਮਾਤਾ-ਪਿਤਾ ਦੀ ਗਿਣਤੀ ਵੀ ਅਜਿਹੇ ਹੀ ਹਿੰਦੁਸਤਾਨੀਆਂ ਵਿੱਚ ਹੁੰਦੀ ਸੀ ਜੋ ਸਾਰੀ ਉਮਰ ਤਾਂ ਦੇਸ਼ ਤੋਂ ਬਾਹਰ ਰਹਿੰਦੇ ਹਨ, ਪਰ ਜਦੋਂ ਬੇਟੀਆਂ ਦਾ ਵਿਆਹ ਦਾ ਸਮਾਂ ਆਉਂਦਾ ਤਾਂ ਹਿੰਦੁਸਤਾਨ ਆ ਕੇ ਉਸ ਦਾ ਵਿਆਹ ਆਪਣੇ ਦੇਸ਼ ਵਿੱਚ ਹੀ ਕਰਵਾ ਜਾਂਦੇ ਹਨ। ਤੇਰੀ ਦੀਦੀ ਵੀ ਆਪਣੇ ਮਾਤਾ-ਪਿਤਾ ਦੇ ਨਾਲ ਕੈਨੇਡਾ ਵਿੱਚ ਰਹਿੰਦੀ ਸੀ। ਉੱਥੇ ਹੀ ਸਾਰਾ ਬਚਪਨ ਗੁਜ਼ਰਿਆ, ਪਲੀ ਵੱਡੀ ਹੋਈ, ਉੱਥੇ ਹੀ ਪੜ੍ਹਾਈ ਕੰਪਲੀਟ ਕੀਤੀ ਅਤੇ ਹੁਣ ਵਿਆਹ ਦੇ ਲਈ ਜਦੋਂ ਹਿੰਦੁਸਤਾਨ ਆਈ, ਉਸ ਦੇ ਮਾਤਾ-ਪਿਤਾ ਆਪਣੀ ਬੇਟੀ ਦੇ ਲਈ ਰਿਸ਼ਤਾ ਲੱਭਣ ਲੱਗੇ ਤਾਂ ਫੌਰਨ ਮੇਰੀ ਮਾਂ ਨੇ ਦਿਵਿਆ ਦਾ ਹੱਥ ਮੰਗ ਲਿਆ। ਦਿਵਿਆ ਦੇ ਮਾਤਾ-ਪਿਤਾ ਫੌਰਨ ਰਿਸ਼ਤੇ ਦੇ ਲਈ ਰਾਜੀ ਹੋ ਗਏ ਕਿਉਂਕਿ ਮੇਰੀ ਮਾਂ ਤੇ ਦਿਵਿਆ ਦੀ ਮਾਂ ਆਪਸ ਵਿੱਚ ਦੋਸਤ ਸੀ। ਦਿਵਿਆ ਦੇ ਮਾਤਾ-ਪਿਤਾ ਦੀ ਛੁੱਟੀ ਵੀ ਬਹੁਤ ਘੱਟ ਰਹਿ ਗਈ ਸੀ ਤੇ ਜਦੋਂ ਮਾਂ ਨੇ ਅੰਕਲ ਦੇ ਅੱਗੇ ਆਪਣੇ ਹੱਥ ਫੈਲਾਏ ਤਾਂ ਦਿਵਿਆ ਦਾ ਰਿਸ਼ਤਾ ਮੰਗਿਆ ਤਾਂ ਅੰਕਲ ਵੀ ਬਹੁਤ ਖੁਸ਼ ਹੋਏ ਤੇ ਉਸ ਸਮੇਂ ਹਾਂ ਕਰ ਦਿੱਤੀ। ਉਹਨਾਂ ਨੇ ਕਿਹਾ ਮੇਰੀ ਮਾਂ ਤੋਂ ਵੱਧ ਕੇ ਉਹਨਾਂ ਨੂੰ ਕਿਸੇ ਤੇ ਭਰੋਸਾ ਹੀ ਨਹੀਂ ਹੋ ਸਕਦਾ। ਮੈਨੂੰ ਵਿਸ਼ਵਾਸ ਆ ਗਿਆ ਕਿ ਮੇਰੀ ਬੇਟੀ ਆਪਣੀ ਮਾਂ ਦੀ ਦੋਸਤ ਦੇ ਘਰੇ ਬਹੁਤ ਖੁਸ਼ ਰਹੇਗੀ ਤੇ ਮੈਂ ਵੀ ਬੇਫਿਕਰ ਹੋ ਕੇ ਕੈਨੇਡਾ ਵਾਪਸ ਚਲਿਆ ਜਾਵਾਂਗਾ। ਪਰ ਅੰਕਲ ਦੀ ਬਹੁਤ ਵੱਡੀ ਗਲਤੀ ਸੀ। ਉਹ ਆਪਣੀ ਬੇਟੀ ਦੇ ਵੱਲੋਂ ਬਿਲਕੁਲ ਬੇਫਿਕਰ ਹੋ ਗਏ। ਇਸ ਤਰ੍ਹਾਂ ਸਾਡੀ ਝੱਟ ਮੰਗਣੀ ਤੇ ਪੱਟ ਵਿਆਹ ਹੋ ਗਿਆ। ਇੱਧਰ ਸਾਡਾ ਵਿਆਹ ਹੋਇਆ ਤੇ ਉੱਧਰ ਅੰਕਲ ਜੀ ਫੈਮਿਲੀ ਦੇ ਨਾਲ ਵਾਪਸ ਕੈਨੇਡਾ ਚਲੇ ਗਏ। ਤੂੰ ਅਤੇ ਰਾਜ ਉਸ ਸਮੇਂ ਬਹੁਤ ਛੋਟੇ ਸੀ। ਦਿਵਿਆ ਬਹੁਤ ਚੰਗੀ ਲੜਕੀ ਸੀ। ਮੈਂ ਬਹੁਤ ਖੁਸ਼ ਸੀ ਇਸ ਵਿਆਹ ਤੋਂ। ਕੈਨੇਡਾ ਵਿੱਚ ਰਹਿ ਕੇ ਵੀ ਉਸ ਦੇ ਅੰਦਰ ਕੋਈ ਬਦਲਾਵ ਜਾਂ ਕੋਈ ਨਖਰਾ ਨਹੀਂ ਸੀ। ਬਿਲਕੁਲ ਸਿੰਪਲ ਘਰੇਲੂ ਲੜਕੀ ਸੀ। ਦਿਵਿਆ ਨੂੰ ਦੇਖ ਕੇ ਮੈਂ ਸੋਚਦਾ ਸੀ ਕਿ ਅਜਿਹੀ ਲੜਕੀ ਤਾਂ ਸਾਡੇ ਦੇਸ਼ ਵਿੱਚ ਵੀ ਨਹੀਂ ਮਿਲਦੀ। ਪਰ ਦੇਸ਼ ਤੋਂ ਬਾਹਰ ਰਹਿਣ ਵਾਲੀ ਹਿੰਦੁਸਤਾਨੀ ਆਪਣੇ ਬੱਚਿਆਂ ਦੀ ਪਰਵਰਿਸ਼ 'ਤੇ ਬਹੁਤ ਜ਼ਿਆਦਾ ਧਿਆਨ ਦਿੰਦੇ ਹਨ ਕਿ ਕਿਤੇ ਉਹਨਾਂ ਦੇ ਬੱਚੇ ਅੰਗਰੇਜ਼ਾਂ ਦੇ ਰੰਗ ਢੰਗ ਨਾ ਸਿੱਖ ਜਾਣ। ਇਹੀ ਵਜ੍ਹਾ ਸੀ ਕਿ ਦਿਵਿਆ ਵੀ ਇੱਕ ਬਹੁਤ ਸ਼ਰੀਫ ਅਤੇ ਸੁਲਝੀ ਹੋਈ ਲੜਕੀ ਸੀ। ਮੈਂ ਦਿਵਿਆ ਦੇ ਨਾਲ ਬਹੁਤ ਖੁਸ਼ ਸੀ।
ਸਾਡੇ ਵਿਆਹ ਨੂੰ ਹਾਲੇ 1 ਮਹੀਨਾ ਵੀ ਨਹੀਂ ਹੋਇਆ ਸੀ ਕਿ ਮੇਰੀ ਮਾਂ ਨੇ ਹੌਲੀ-ਹੌਲੀ ਸੱਸ ਹੋਣ ਦਾ ਹੱਕ ਅਦਾ ਕਰਨਾ ਸ਼ੁਰੂ ਕਰ ਦਿੱਤਾ। ਉਹ ਹਰ ਕੰਮ ਵਿੱਚ ਦਿਵਿਆ ਨੂੰ ਰੋਕ ਟੋਕ ਲਾਉਂਦੀ, ਉਸ ਦੀ ਹਰ ਕੰਮ ਵਿੱਚ ਐਬ ਕੱਢਦੀ। ਜਦੋਂ ਵੀ ਉਹ ਖਾਣਾ ਬਣਾਉਂਦੀ ਤਾਂ ਮੇਰੀ ਮਾਂ ਉਸ ਦੇ ਹੱਥ ਦਾ ਖਾਣਾ ਨਾ ਖਾਂਦੀ, ਬਲਕਿ ਉਸ ਨੂੰ ਡਾਂਟ ਵੀ ਦਿੰਦੀ। ਉਸ ਨੂੰ ਖਾਣਾ ਚੰਗਾ ਨਹੀਂ ਬਣਾਇਆ, ਬਲਕਿ ਖਾਣਾ ਬਹੁਤ ਸਵਾਦ ਹੁੰਦਾ ਸੀ। ਦਿਵਿਆ ਚੁੱਪ ਰਹਿੰਦੀ, ਉਹ ਕਦੇ ਵੀ ਮੇਰੀ ਮਾਂ ਨੂੰ ਉਲਟਾ ਜਵਾਬ ਨਾ ਦਿੰਦੀ। ਜਦ ਕਿ ਮਾਂ ਨੇ ਦੇਖਿਆ ਕਿ ਦਿਵਿਆ ਕੋਈ ਜਵਾਬ ਨਹੀਂ ਦਿੰਦੀ ਤਾਂ ਇਸ ਗੱਲ 'ਤੇ ਵੀ ਮਾਂ ਦਿਵਿਆ ਨੂੰ ਹੋਰ ਡਾਂਟਦੀ ਤੇ ਕਹਿੰਦੀ, ਤੈਨੂੰ ਮੇਰੀਆਂ ਗੱਲਾਂ ਨਾਲ ਕੋਈ ਫਰਕ ਹੀ ਨਹੀਂ ਪੈਂਦਾ, ਤੂੰ ਮੇਰੀ ਗੱਲ ਦਾ ਕੋਈ ਜਵਾਬ ਹੀ ਨਹੀਂ ਦਿੰਦੀ। ਖੁਦ ਨੂੰ ਪਤਾ ਨਹੀਂ ਕੀ ਸਮਝਦੀ ਆ, ਕੈਨੇਡਾ ਵਿੱਚ ਪਤਾ ਨਹੀਂ ਕਿਵੇਂ ਰਹੀ ਹੋਵੇਗੀ, ਕਿਸ ਦੇ ਨਾਲ ਚੱਕਰ ਸੀ ਜੋ ਤੇਰੇ ਮਾਤਾ ਪਿਤਾ ਜਲਦੀ ਨਾਲ ਵਿਆਹ ਕਰਕੇ ਇੱਥੋਂ ਚਲੇ ਗਏ। ਅਜਿਹੀਆਂ ਗੱਲਾਂ ਸੁਣ ਕੇ ਦਿਵਿਆ ਚੁੱਪ ਹੋ ਜਾਂਦੀ, ਬਸ ਅੱਖਾਂ ਵਿੱਚ ਸ਼ਿਕਾਇਤਾਂ ਤੇ ਬੇਵਸੀ ਲਈ ਮੈਨੂੰ ਦੇਖਦੀ ਰਹਿੰਦੀ। ਮੈਂ ਬਹੁਤ ਡਰਪੋਕ ਕਿਸਮ ਦਾ ਇਨਸਾਨ ਸੀ। ਮੈਂ ਆਪਣੀ ਮਾਂ ਤੋਂ ਬਹੁਤ ਡਰਦਾ ਸੀ, ਉਸ ਦੇ ਅੱਗੇ ਚੂੰ ਵੀ ਨਹੀਂ ਨਿਕਲਦੀ ਸੀ, ਚਾਹੇ ਉਹ ਸਹੀ ਗੱਲ ਕਰ ਰਹੀ ਹੋਵੇ ਜਾਂ ਫਿਰ ਗਲਤ। ਮੈਂ ਆਪਣੀ ਮਾਂ ਦੇ ਸਾਹਮਣੇ ਗੂੰਗਾ ਤੇ ਬਹਿਰਾ ਬਣ ਕੇ ਬੈਠਾ ਰਹਿੰਦਾ ਸੀ। ਆਪਣੀ ਪਤਨੀ ਦੇ ਪੱਖ ਵਿੱਚ ਵੀ ਨਹੀਂ ਬੋਲ ਪਾਉਂਦਾ ਸੀ। ਕਮਰੇ ਵਿੱਚ ਆ ਕੇ ਦਿਵਿਆ ਤੋਂ ਮਾफ़ੀ ਮੰਗਦਾ ਤੇ ਆਪਣੇ ਡਰ ਨਾਲ ਮਾਂ ਦੀ ਇੱਜ਼ਤ ਦਾ ਨਾਂ ਲੈ ਕੇ ਉਸ ਤੋਂ ਪਰਦਾ ਪਾ ਦਿੰਦਾ। ਦਿਵਿਆ ਸ਼ੁਰੂ ਵਿੱਚ ਮੇਰੇ ਨਾਲ ਬਹੁਤ ਨਾਰਾਜ਼ ਹੁੰਦੀ ਸੀ। ਕਮਰੇ ਦੇ ਅੰਦਰ ਘੁੱਟ ਕੇ ਰੋਂਦੀ ਰਹਿੰਦੀ ਤੇ ਬੋਲਦੀ ਸੀ ਕਿ ਮੈਨੂੰ ਆਂਟੀ ਦੀ ਕਿਸੇ ਦੀ ਗੱਲ ਤੋਂ ਇੰਨੀ ਨਫ਼ਰਤ ਨਹੀਂ ਹੁੰਦੀ ਜਿੰਨਾ ਇਸ ਗੱਲ 'ਤੇ ਹੁੰਦੀ ਆ ਕਿ ਉਹ ਮੇਰੇ ਚਰਿੱਤਰ 'ਤੇ ਇਲਜ਼ਾਮ ਲਗਾਉਂਦੀ ਆ। ਮੈਂ ਉਸ ਨੂੰ ਸਮਝਾਉਂਦਾ ਕਿ ਛੋਟੀਆਂ ਗੱਲਾਂ ਨੂੰ ਦਿਲ 'ਤੇ ਨਾ ਲਾਇਆ ਕਰ, ਪਰ ਉਹ ਆਪਣੀਆਂ ਵੱਡੀਆਂ ਅੱਖਾਂ ਵਿੱਚ ਹਜ਼ਾਰਾਂ ਸ਼ਿਕਵੇ ਗਿਲੇ ਆਪਣੀਆਂ ਅੱਖਾਂ ਵਿੱਚ ਲਏ ਹੀ ਮੈਨੂੰ ਪੁੱਛਦੀ, ਅਮਰ ਇਹ ਕੋਈ ਗੱਲ ਛੋਟੀ ਨਹੀਂ ਹੈ, ਤੁਹਾਡੇ ਲਈ ਇਹ ਗੱਲ ਛੋਟੀ ਹੋਵੇਗੀ ਪਰ ਮੇਰੇ ਲਈ ਬਹੁਤ ਵੱਡੀ ਗੱਲ ਆ। ਮੈਂ ਕਿਸੇ ਨੂੰ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਉਹ ਮੇਰੇ ਚਰਿੱਤਰ 'ਤੇ ਉਂਗਲੀ ਉਠਾਵੇ, ਪਰ ਮੈਂ ਬੇਵਸ ਹਾਂ ਤੁਹਾਡੀ ਵਜ੍ਹਾ ਨਾਲ। ਮੈਂ ਚੁੱਪ ਹੋ ਜਾਂਦੀ ਹਾਂ। ਤੁਹਾਨੂੰ ਆਪਣੀ ਮਾਂ ਨੂੰ ਸਮਝਾਉਣਾ ਚਾਹੀਦਾ। ਉਸ ਸਮੇਂ ਦਿਵਿਆ ਦੀਆਂ ਗੱਲਾਂ ਸਮਝਣ ਦੀ ਬਜਾਏ ਉਲਟਾ ਉਸ ਉੱਤੇ ਹੀ ਮੈਂ ਗੁੱਸਾ ਹੋ ਗਿਆ। ਮੈਂ ਉਸ ਨੂੰ ਕਿਹਾ, ਚੰਗਾ ਮੈਨੂੰ ਤਲਾਕ ਦੇ ਕੇ ਤੂੰ ਵਾਪਸ ਚਲੀ ਜਾ ਆਪਣੇ ਮਾਤਾ ਪਿਤਾ ਦੇ ਕੋਲ, ਆਪਣੇ ਘਰੇ ਚਲੀ ਜਾ। ਉਸਨੇ ਮੈਨੂੰ ਕਿਹਾ ਕਿ ਮੈਂ ਆਪਣੇ ਘਰ ਚਲੀ ਜ਼ਰੂਰ ਜਾਂਦੀ, ਪਰ ਇਸ ਲਈ ਚੁੱਪ ਹਾਂ ਕਿ ਮੇਰਾ ਅਜਿਹੇ ਕਰਨ ਨਾਲ ਮੇਰੇ ਮਾਤਾ ਪਿਤਾ ਦੀ ਪਰਵਰਿਸ਼ 'ਤੇ ਉਂਗਲੀ ਉੱਠੇਗੀ। ਲੋਕ ਕਹਿਣਗੇ ਦੇਸ਼ ਤੋਂ ਬਾਹਰ ਰਹਿੰਦੀ ਸੀ, ਲੜਕੀ ਦੇ ਚਾਲ ਚੱਲਣ ਚੰਗੇ ਨਹੀਂ ਸੀ, ਆਜ਼ਾਦੀ ਦੀ ਜ਼ਿੰਦਗੀ ਗੁਜ਼ਾਰੀ ਸੀ, ਵਿਆਹ ਦੇ ਨਾਮ 'ਤੇ ਇਸ ਘਰ ਵਿੱਚ ਨਹੀਂ ਰਹਿ ਪਾਈ, ਆਪਣੀ ਸੱਸ ਦੇ ਪਤੀ ਨਾਲ ਨਹੀਂ ਬਣ ਸਕੀ, ਇਸ ਲਈ ਤਲਾਕ ਦੇ ਕੇ ਚਲੀ ਗਈ। ਦੇਸ਼ ਤੋਂ ਬਾਹਰ ਰਹਿਣ ਵਾਲੀਆਂ ਕੁੜੀਆਂ ਵਿਆਹ ਲਈ ਨਿਭਾ ਨਹੀਂ ਪਾਉਂਦੀਆਂ। ਮੈਂ ਲੋਕਾਂ ਨੂੰ ਅਜਿਹਾ ਮੌਕਾ ਨਹੀਂ ਦੇਣਾ ਚਾਹੁੰਦੀ ਕਿ ਕੋਈ ਮੇਰੇ ਬਾਰੇ ਵਿੱਚ ਅਜਿਹੀਆਂ ਗੱਲਾਂ ਕਰੇ ਜਾਂ ਕੋਈ ਮੇਰੇ ਮਾਤਾ ਪਿਤਾ ਦੀ ਪਰਵਰਿਸ਼ 'ਤੇ ਉਂਗਲੀ ਉਠਾਵੇ। ਸਿਰਫ ਇਸ ਲਈ ਇਹ ਜ਼ਹਿਰ ਦਾ ਘੁੱਟ ਪੀ ਰਹੀ ਹਾਂ। ਮੇਰੀ ਮਾਂ ਦਾ ਵਰਤਾਵ ਦਿਨ ਬ ਦਿਨ ਹੋਰ ਜ਼ਿਆਦਾ ਖਰਾਬ ਹੁੰਦਾ ਜਾ ਰਿਹਾ ਸੀ। ਹੁਣ ਮੈਂ ਮਾਂ ਦੇ ਇਸ ਵਰਤਾਵ ਤੋਂ ਬਹੁਤ ਜ਼ਿਆਦਾ ਤੰਗ ਆ ਗਿਆ ਸੀ। ਦਿਵਿਆ ਕਦੇ ਵੀ ਕੁਝ ਨਹੀਂ ਬੋਲਦੀ ਸੀ ਤੇ ਨਾ ਹੀ ਉਹ ਕਦੇ ਝਗੜੇ ਦੀ ਸ਼ੁਰੂਆਤ ਕਰਦੀ ਸੀ ਤੇ ਨਾ ਕਦੇ ਉਸਨੇ ਪਲਟ ਕੇ ਜਵਾਬ ਦਿੱਤਾ ਸੀ। ਫਿਰ ਵੀ ਪਤਾ ਨਹੀਂ ਕਿਉਂ ਮਾਂ ਦੇ ਦਿਲ ਵਿੱਚ ਉਸ ਦੇ ਖਿਲਾਫ ਅਜਿਹਾ ਕਿਹੜਾ ਸ਼ੱਕ ਸੀ ਜੋ ਉਸਨੇ ਦਿਵਿਆ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ ਸੀ। ਇਸ ਵਿੱਚ ਹੀ ਮੇਰਾ ਟਰਾਂਸਫਰ ਦੂਜੇ ਸ਼ਹਿਰ 'ਚ ਹੋ ਗਿਆ ਤੇ ਮੈਂ ਰੱਬ ਦਾ ਸ਼ੁਕਰ ਅਦਾ ਕੀਤਾ ਤੇ ਸੋਚਣ ਲੱਗਾ ਕਿ ਦਿਵਿਆ ਨੂੰ ਆਪਣੇ ਨਾਲ ਲੈ ਕੇ ਚਲਾ ਜਾਵਾਂਗਾ। ਉਹ ਅਤੇ ਮੈਂ ਹੁਣ ਦੋਨੋਂ ਆਜ਼ਾਦ ਹੋ ਜਾਵਾਂਗੇ। ਦਿਵਿਆ ਨੂੰ ਵੀ ਮਾਂ ਦੀਆਂ ਗੱਲਾਂ ਤੋਂ ਛੁਟਕਾਰਾ ਮਿਲ ਜਾਵੇਗਾ, ਕਿਉਂਕਿ ਮਾਂ ਤਾਂ ਆਪਣਾ ਘਰ ਕਦੇ ਨਹੀਂ ਛੱਡ ਸਕੇਗੀ, ਕਿਉਂਕਿ ਇਸ ਘਰ ਵਿੱਚ ਪਿਤਾ ਜੀ ਦੀਆਂ ਯਾਦਾਂ ਤੇ ਮਾਂ ਦੀਆਂ ਬਹੁਤ ਯਾਦਾਂ ਹਨ। ਪਰ ਮੈਂ ਇਸ ਵਾਰ ਵੀ ਗਲਤ ਸੀ। ਮਾਂ ਨੇ ਆਪਣਾ ਘਰ ਖੁਦ ਤਾਂ ਨਹੀਂ ਛੱਡਿਆ ਤੇ ਨਾ ਹੀ ਦਿਵਿਆ ਨੂੰ ਮੇਰੇ ਨਾਲ ਜਾਣ ਦਿੱਤਾ। ਕਹਿਣ ਲੱਗੀ, ਤੂੰ ਛੁੱਟੀਆਂ ਵਿੱਚ ਆਉਂਦੇ ਜਾਂਦੇ ਰਿਹਾ ਕਰ, ਦਿਵਿਆ ਕਿਤੇ ਨਹੀਂ ਜਾਵੇਗੀ, ਇਹ ਮੇਰੇ ਨਾਲ ਹੀ ਰਹੇਗੀ। ਤੂੰ ਤਾਂ ਕੰਮ ਤੇ ਚਲਾ ਜਾਵੇਂਗਾ, ਤੇਰੇ ਪਿੱਛੇ ਇਹ ਘਰ ਵਿੱਚ ਇਕੱਲੀ ਹੋਵੇਗੀ। ਪਤਾ ਨਹੀਂ ਕਿਵੇਂ ਦੇ ਲੋਕ ਰਹਿੰਦੇ ਨੇ ਇਸ ਦੁਨੀਆ 'ਚ। ਤੇਰੀ ਪਤਨੀ ਤਾਂ ਵੈਸੇ ਵੀ ਖੁੱਲ੍ਹੇ ਹੋਏ ਮਾਹੌਲ ਵਿੱਚ ਪਲੀ ਵਧੀ ਆ। ਅੱਜ ਦੇ ਦੌਰ ਵਿੱਚ ਕਿਸੇ 'ਤੇ ਕੋਈ ਭਰੋਸਾ ਨਹੀਂ। ਇੱਧਰ ਪਤੀ ਘਰ ਤੋਂ ਬਾਹਰ ਨਿਕਲਿਆ, ਉੱਧਰ ਪਤਨੀਆਂ ਆਪਣੇ ਪਿਆਰ ਨੂੰ ਬੁਲਾ ਲੈਂਦੀਆਂ। ਮੈਨੂੰ ਮਾਂ ਦੀ ਇਸ ਗੱਲ 'ਤੇ ਬਹੁਤ ਜ਼ਿਆਦਾ ਗੁੱਸਾ ਆਇਆ। ਮਾਂ ਪਲੀਜ਼ ਤੁਸੀਂ ਕੁਝ ਸੋਚ ਸਮਝ ਕੇ ਬੋਲਿਆ ਕਰੋ। ਦਿਵਿਆ ਮੇਰੀ ਪਤਨੀ ਆ। ਮੈਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੂੰਗਾ ਕਿ ਕੋਈ ਇਸ ਦੇ ਬਾਰੇ ਵਿੱਚ ਅਜਿਹੀ ਗੱਲ ਕਰੇ ਜਾਂ ਇਸ ਉੱਤੇ ਗਲਤ ਇਲਜ਼ਾਮ ਲਗਾਵੇ। ਪਹਿਲੀ ਵਾਰ ਮੈਂ ਹਿੰਮਤ ਕਰਕੇ ਮਾਂ ਨੂੰ ਜਵਾਬ ਦਿੱਤਾ ਸੀ, ਪਰ ਉਸ ਦਾ ਨਤੀਜਾ ਬਹੁਤ ਬੁਰਾ ਹੋਇਆ। ਉਸ ਦੇ ਬਾਅਦ ਮਾਂ ਨੇ ਮੈਨੂੰ ਤਾਂ ਜੋ ਸੁਣਾਈਆਂ ਦਿਵਿਆ ਦੇ ਨਾਲ ਉਹਨਾਂ ਦਾ ਵਰਤਾਵ ਹੋਰ ਜ਼ਿਆਦਾ ਬੁਰਾ ਹੋ ਗਿਆ। ਦਿਵਿਆ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ। ਮੈਂ ਮਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਜਿੱਦ 'ਤੇ ਪੱਕੀ ਸੀ। ਇਸ ਤਰ੍ਹਾਂ ਮੈਂ ਦਿਵਿਆ ਨੂੰ ਆਪਣੀ ਮਾਂ ਦੇ ਨਾਲ ਇਕੱਲਾ ਛੱਡ ਕੇ ਦੂਜੇ ਸ਼ਹਿਰ 'ਚ ਆ ਗਿਆ ਤੇ ਘਰ ਦੇ ਹਾਲਾਤ ਤੋਂ ਮੈਂ ਵੀ ਬਹੁਤ ਜ਼ਿਆਦਾ ਤੰਗ ਆ ਗਿਆ ਸੀ। ਜਦੋਂ ਮੈਂ ਘਰ ਹੁੰਦਾ ਤਾਂ ਦਿਵਿਆ ਦੀਆਂ ਸ਼ਿਕਾਇਤਾਂ ਮਾਂ ਕਰਨਾ ਸ਼ੁਰੂ ਕਰ ਦਿੰਦੀ
ਕਮਰੇ ਵਿੱਚ ਜਾਂਦਾ ਤਾਂ ਦਿਵਿਆ ਰੋਣੀ ਸ਼ਕਲ ਬਣਾ ਕੇ ਬੈਠੀ ਰਹਿੰਦੀ। ਹੁਣ ਮੈਂ ਪਰੇਸ਼ਾਨ ਹੋ ਕੇ ਉਹਨਾਂ ਦੋਹਾਂ ਨੂੰ ਉਹਨਾਂ ਦੇ ਹਾਲ 'ਤੇ ਛੱਡ ਦਿੱਤਾ ਤੇ ਸੋਚਿਆ ਸੀ ਅਗਲੀ ਵਾਰ ਮਾਂ ਨੂੰ ਜ਼ਬਰਦਸਤੀ ਰਾਜ਼ੀ ਕਰ ਲਵਾਂਗਾ ਤਾਂ ਦਿਵਿਆ ਨੂੰ ਮੇਰੇ ਨਾਲ ਜਾਣ ਦੇ ਲਈ ਮਾਂ ਨੂੰ ਮਨਾ ਲਵਾਂਗਾ। ਪਰ ਜਦੋਂ ਮੈਂ ਛੁੱਟੀਆਂ ਵਿੱਚ ਘਰ ਆ ਗਿਆ ਤਾਂ ਮੈਨੂੰ ਖੁਸ਼ਖਬਰੀ ਮਿਲੀ। ਮਾਂ ਨੇ ਕਿਹਾ, ਇਸ ਹਾਲ ਵਿੱਚ ਮੈਂ ਕਦੇ ਵੀ ਦਿਵਿਆ ਨੂੰ ਇਕੱਲੇ ਤੇਰੇ ਨਾਲ ਨਹੀਂ ਜਾਣ ਦੇਵਾਂਗੀ। ਹੁਣ ਦਿਵਿਆ ਪੂਰੀ ਤਰ੍ਹਾਂ ਮਾਂ ਦੀਆਂ ਰਸਮਾਂ ਕਰਮਾਂ 'ਤੇ ਰਹਿ ਗਈ ਸੀ। ਇਸ ਹਾਲਤ ਵਿੱਚ ਵੀ ਮਾਂ ਨੇ ਉਸ ਨੂੰ ਤੰਗ ਕਰਨਾ ਨਹੀਂ ਛੱਡਿਆ, ਬਲਕਿ ਉਸ ਨੂੰ ਇੰਨਾ ਤੰਗ ਕੀਤਾ ਕਿ ਉਸ ਦੀ ਬਰਦਾਸ਼ਤ ਦੀ ਹੱਦ ਹੀ ਖਤਮ ਹੋ ਗਈ। ਹੁਣ ਜਦੋਂ ਮੈਂ ਘਰ ਵਾਪਸ ਜਾਂਦਾ ਤਾਂ ਦਿਵਿਆ ਮੇਰੇ ਤੋਂ ਕਤਰਾਉਂਦੀ ਰਹਿੰਦੀ, ਮੇਰੇ ਸਾਹਮਣੇ ਨਾ ਆਉਂਦੀ, ਗੰਦੇ ਕੱਪੜੇ ਪਹਿਨ ਕੇ ਘੁੰਮਿਆ ਕਰਦੀ, ਮੇਰੇ ਨਾਲ ਗੱਲ ਨਾ ਕਰਦੀ। ਉਹ ਦਿਲ ਹੀ ਦਿਲ ਵਿੱਚ ਮੇਰੇ ਨਾਲ ਬਹੁਤ ਜ਼ਿਆਦਾ ਨਾਰਾਜ਼ ਹੁੰਦੀ। ਇੱਕ ਦਿਨ ਮੈਂ ਜ਼ਬਰਦਸਤੀ ਆਪਣੇ ਨਾਲ ਉਸ ਨੂੰ ਰੋਕ ਲਿਆ ਤੇ ਪੁੱਛਿਆ ਕਿ ਤੂੰ ਕਿਉਂ ਮੇਰੇ ਤੋਂ ਇੰਨੀ ਨਾਰਾਜ਼ ਰਹਿੰਦੀ ਆ? ਤਾਂ ਦਿਵਿਆ ਬੋਲੀ, ਇਸ ਲਈ ਕਿਉਂਕਿ ਮੈਂ ਤੁਹਾਡੇ ਤੋਂ ਸੱਚੀ ਤੰਗ ਆ ਗਈ ਆ। ਹੁਣ ਮੈਨੂੰ ਤੁਹਾਡੇ ਨਾਲ ਨਫ਼ਰਤ ਹੋ ਚੁੱਕੀ ਆ। ਮੇਰਾ ਤੁਹਾਡੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ। ਤੁਸੀਂ ਜਦੋਂ ਆਪਣੀ ਪਤਨੀ ਦਾ ਸਾਥ ਨਹੀਂ ਦੇ ਸਕਦੇ, ਉਸ ਦਾ ਸਹਾਰਾ ਨਹੀਂ ਬਣ ਸਕਦੇ, ਉਸ ਉੱਤੇ ਇਲਜ਼ਾਮ ਲਗਾਉਣ ਵਾਲੇ ਲੋਕਾਂ ਨੂੰ ਰੋਕ ਨਹੀਂ ਸਕਦੇ, ਸਹੀ ਜਾਂ ਗਲਤ ਨਹੀਂ ਦੱਸ ਸਕਦੇ, ਉਹ ਮਰਦ ਕਿਸ ਕੰਮ ਦਾ? ਅਜਿਹੇ ਕਮਜ਼ੋਰ ਮਰਦ ਨਾਲ ਵਿਆਹ ਕਰਨ ਤੋਂ ਚੰਗਾ ਸੀ ਕਿ ਮੈਂ ਕੁਆਰੀ ਹੀ ਰਹਿੰਦੀ ਤੇ ਸਾਰੀ ਜ਼ਿੰਦਗੀ ਆਪਣੇ ਮਾਤਾ ਪਿਤਾ ਦੀ ਦਹਲੀਜ਼ 'ਤੇ ਹੀ ਬੈਠੀ ਰਹਿੰਦੀ। ਇਹ ਉਸਦੇ ਇਸ ਲਈ ਬਹੁਤ ਹੀ ਮੁਸ਼ਕਲ ਦੌਰ ਸੀ ਜਿਸ ਵਿੱਚ ਦਿਵਿਆ ਗੁਜ਼ਰ ਰਹੀ ਸੀ। ਮੈਂ ਆਪਣੀ ਗਲਤੀ ਮੰਨਦਾ ਹਾਂ ਕਿ ਮੈਂ ਦਿਵਿਆ ਦੇ ਨਾਲ ਨਹੀਂ ਰਿਹਾ ਤੇ ਉਸ ਨੂੰ ਇਕੱਲਾ ਛੱਡ ਦਿੱਤਾ। ਮੇਰੀ ਮਾਂ ਨੇ ਉਸ ਨੂੰ ਹਰ ਤਰ੍ਹਾਂ ਤੋਂ ਪਰੇਸ਼ਾਨੀ ਦਿੱਤੀ। ਉਹ ਇੱਕ ਬਹੁਤ ਮੁਸ਼ਕਲ ਦੌਰ ਵਿੱਚ ਗੁਜ਼ਰ ਰਹੀ ਸੀ। ਉਹ ਮਾਂ ਬਣਨ ਵਾਲੀ ਸੀ। ਇਸ ਸਮੇਂ ਮੈਨੂੰ ਉਸ ਦਾ ਸਾਥ ਦੇਣਾ ਚਾਹੀਦਾ ਸੀ। ਮੈਂ ਜੌਬ ਦੀ ਵਜ੍ਹਾ ਨਾਲ ਘਰ ਤੋਂ ਦੂਰ ਸੀ। ਘਰ ਵਿੱਚ ਰਹਿੰਦਾ ਹੋਇਆ ਵੀ ਮੈਂ ਆਪਣੀ ਮਾਂ ਨੂੰ ਰੋਕ ਨਹੀਂ ਸਕਦਾ ਸੀ। ਜਦੋਂ ਸਾਡੀ ਸੰਤਾਨ ਪੈਦਾ ਹੋਈ ਤਾਂ ਦਿਵਿਆ ਉਸ ਸਮੇਂ ਬਹੁਤ ਕਮਜ਼ੋਰ ਹੋ ਗਈ ਸੀ। ਪਰ ਅਫਸੋਸ, ਉਦੋਂ ਮਾਂ ਨੂੰ ਦਿਵਿਆ 'ਤੇ ਤਰਸ ਨਹੀਂ ਆਇਆ। ਮਾਂ ਉਸ ਸਮੇਂ ਵੀ ਉਸ ਨੂੰ ਪਰੇਸ਼ਾਨ ਕਰਦੀ ਰਹਿੰਦੀ। ਮਾਂ ਜਦੋਂ ਦੁਨੀਆ ਤੋਂ ਚਲੀ ਗਈ ਤਾਂ ਬਹੁਤ ਮੁਸ਼ਕਲ ਨਾਲ ਦਿਵਿਆ ਕੁਝ ਬਿਹਤਰ ਹੋਈ। ਉਸ ਦੇ ਮਾਤਾ ਪਿਤਾ ਉਸ ਤੋਂ ਬਹੁਤ ਦੂਰ ਸੀ। ਫੋਨ 'ਤੇ ਹੀ ਉਹਨਾਂ ਨਾਲ ਗੱਲ ਕਰ ਲੈਂਦੀ ਸੀ, ਲੇਕਿਨ ਉਹ ਇਸ ਬਾਰੇ ਵਿੱਚ ਆਪਣੇ ਮਾਂ-ਬਾਪ ਨੂੰ ਕੁਝ ਨਹੀਂ ਦੱਸਦੀ ਸੀ। ਵਿਦੇਸ਼ ਵਿੱਚ ਬੈਠੇ ਉਹਨਾਂ ਦੇ ਮਾਤਾ ਪਿਤਾ ਕਿਤੇ ਪਰੇਸ਼ਾਨੀ ਸੁਣ ਕੇ ਪਰੇਸ਼ਾਨ ਨਾ ਹੋ ਜਾਣ। ਮੈਂ ਆਪਣੀ ਜਗ੍ਹਾ ਸ਼ਰਮਿੰਦਾ ਹੋ ਕੇ ਰਹਿ ਜਾਂਦਾ। ਮਾਂ ਦੇ ਜਾਣ ਤੋਂ ਬਾਅਦ ਦਿਵਿਆ ਨੂੰ ਆਪਣੇ ਨਾਲ ਇਸ ਸ਼ਹਿਰ ਵਿੱਚ ਲੈ ਆਇਆ। ਉਸ ਸਮੇਂ ਦਿਵਿਆ ਦੀ ਸਿਹਤ ਵਿੱਚ ਥੋੜ੍ਹਾ ਸੁਧਾਰ ਆਉਣ ਲੱਗਾ। ਹੌਲੀ ਹੌਲੀ ਉਹ ਨਾਰਮਲ ਹੁੰਦੀ ਗਈ। ਸ਼ਨੀ ਜਦੋਂ ਪੈਦਾ ਹੋਇਆ ਤਾਂ ਉਸ ਨੂੰ ਬਹੁਤ ਹੀ ਕੰਪਲੀਕੇਸ਼ਨ ਦਾ ਸਾਹਮਣਾ ਕਰਨਾ ਪਿਆ। ਡਾਕਟਰ ਨੇ ਕਿਹਾ ਕਿ ਹੁਣ ਤੂੰ ਦੁਬਾਰਾ ਮਾਂ ਨਹੀਂ ਬਣ ਸਕਦੀ। ਫਿਰ ਵੀ ਉਸ ਸਮੇਂ ਦੇ ਨਾਲ ਠੀਕ ਹੋ ਰਹੀ ਸੀ, ਪਰ ਹੁਣ ਕੁਝ ਅਰਸਾ ਤੋਂ ਫਿਰ ਉਹ ਅਜੀਬ ਜਿਹਾ ਵਰਤਾਵ ਕਰਨ ਲੱਗੀ। ਮੈਂ ਉਸ ਡਾਕਟਰ ਦੇ ਕੋਲ ਗਿਆ ਸੀ ਤਾਂ ਡਾਕਟਰ ਨੇ ਕਿਹਾ, ਤੁਸੀਂ ਉਸ ਨੂੰ ਕਿਸੇ ਸਾਈਕੈਸਟ ਦੇ ਕੋਲ ਲੈ ਕੇ ਜਾਓ। ਮੈਨੂੰ ਵੀ ਥੋੜ੍ਹਾ ਬਹੁਤ ਅਜੀਬ ਲੱਗ ਰਿਹਾ ਸੀ। ਦਿਵਿਆ ਨੂੰ ਸਮਝਾ ਬੁਝਾ ਕੇ ਡਾਕਟਰ ਦੇ ਕੋਲ ਲੈ ਗਿਆ ਤੇ ਡਾਕਟਰ ਨੇ ਉਸ ਨੂੰ ਸਭ ਕੁਝ ਪੁੱਛਿਆ, ਕੁਝ ਟੈਸਟ ਵਗੈਰਾ ਕਰਵਾਏ। ਦਿਵਿਆ ਨਾਲ ਪੂਰੇ ਤਰੀਕੇ ਨਾਲ ਗੱਲ ਕਰਨ ਦੇ ਬਾਅਦ ਉਹਨਾਂ ਨੇ ਦੱਸਿਆ ਕਿ ਜੈਨੀ ਤਣਾਅ ਦਾ ਸ਼ਿਕਾਰ ਹੋ ਗਈ ਆ, ਡਬਲ ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਹੋ ਗਈ ਆ ਤੇ ਤੁਹਾਡੇ ਆਉਂਦੇ ਹੀ ਖੁਦ ਨੂੰ ਅਲੱਗ ਰੂਪ ਵਿੱਚ ਦੇਖਣ ਲੱਗ ਜਾਂਦੀ ਆ। ਮੈਂ ਕੁਝ ਸਮੇਂ ਤੇਰੀ ਦੀਦੀ ਦੇ ਨਾਲ ਇਸ ਸਮੇਂ ਵਿੱਚ ਗੁਜ਼ਰਿਆ ਤਾਂ ਸਭ ਕੁਝ ਸਮਝ ਗਿਆ। ਦਿਵਿਆ ਪਿੱਛੇ ਚਲੀ ਗਈ ਹੈ ਤੇ ਜਵਾਨੀ ਵਿੱਚ ਜਦੋਂ ਸਾਡਾ ਨਵਾਂ ਵਿਆਹ ਹੋਇਆ ਸੀ। ਹੁਣ ਮੈਂ ਇਸ ਉਮੀਦ ਵਿੱਚ ਹਾਂ ਕਿ ਤੇਰੀ ਦੀਦੀ ਪਹਿਲਾਂ ਦੀ ਤਰ੍ਹਾਂ ਇੱਕਦਮ ਠੀਕ ਹੋ ਜਾਵੇ। ਹੁਣ ਆਪਾਂ ਨੂੰ ਵੀ ਉਸ ਦਾ ਚੰਗੀ ਤਰ੍ਹਾਂ ਖਿਆਲ ਰੱਖਣਾ ਪਵੇਗਾ। ਦਿਵਿਆ ਨੇ ਸਾਡੇ ਲਈ ਇੰਨਾ ਕੁਝ ਕੀਤਾ ਹੈ, ਹੁਣ ਸਾਡੀ ਵਾਰੀ ਆ। ਆਪਾਂ ਸਭ ਮਿਲ ਕੇ ਉਸ ਦਾ ਚੰਗੀ ਤਰ੍ਹਾਂ ਖਿਆਲ ਰੱਖਾਂਗੇ। ਇਹ ਸਭ ਵਿੱਚ ਗਲਤੀ ਮੇਰੀ ਹੀ ਆ। ਮੇਰੀ ਵਜ੍ਹਾ ਨਾਲ ਹੀ ਉਹ ਇੰਨੀ ਤਕਲੀਫ ਵਿੱਚ ਗੁਜ਼ਰੀ ਆ। ਉਸਨੇ ਆਪਣਾ ਬੁਰਾ ਸਮਾਂ ਨਹੀਂ ਭੁੱਲਿਆ ਜੋ ਉਸ ਦੀ ਜ਼ਿੰਦਗੀ ਵਿੱਚ ਸਭ ਤੋਂ ਬੁਰਾ ਸਮਾਂ ਗੁਜ਼ਰਿਆ ਸੀ। ਇਹੀ ਵਜ੍ਹਾ ਸੀ ਕਿ ਉਮਰ ਦੇ ਇਸ ਹਿੱਸੇ ਵਿੱਚ ਪਹੁੰਚ ਕੇ ਫਿਰ ਤੋਂ ਉਹ ਪਿੱਛੇ ਚਲੀ ਗਈ ਆ ਅਤੇ ਦੂਜੇ ਰੂਪ ਦਾ ਸ਼ਿਕਾਰ ਹੋ ਗਈ ਆ। ਜੀਜੂ ਦੀਆਂ ਗੱਲਾਂ ਮੈਨੂੰ ਬਹੁਤ ਪਰੇਸ਼ਾਨ ਕਰ ਰਹੀਆਂ ਸੀ। ਉਹ ਵਕਤ ਲੰਘ ਗਿਆ ਸੀ, ਪਰ ਦੀਦੀ ਹੁਣ ਵੀ ਉਸ ਵਕਤ ਵਿੱਚ ਹੀ ਅਟਕੀ ਹੋਈ ਸੀ, ਉਸ ਵਿੱਚ ਹੀ ਜੀ ਰਹੀ ਸੀ। ਪਰ ਅਫਸੋਸ, ਮੈਂ ਆਪਣੀ ਦੀਦੀ ਨੂੰ ਇਸ ਤਕਲੀਫ ਵਿੱਚੋਂ ਨਹੀਂ ਕੱਢ ਸਕਦੀ ਸੀ। ਪਰ ਮੈਂ ਆਪਣੀ ਦੀਦੀ ਦਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਣ ਲੱਗੀ। ਹੁਣ ਮੈਂ ਉਸ ਨੂੰ ਉਸ ਦਾ ਚੰਗਾ ਸਮਾਂ ਯਾਦ ਦਿਵਾਉਂਦੀ ਤੇ ਚੰਗੀਆਂ ਗੱਲਾਂ ਕਰਦੀ। ਜੀਜੂ ਦੇ ਨਾਲ ਹੱਸੀ ਖੁਸ਼ੀ ਵਾਲਾ ਵਕਤ ਯਾਦ ਦਿਵਾਉਂਦੀ। ਅਸੀਂ ਸਭ ਇਕੱਠੇ ਬੈਠ ਕੇ ਮਸਤੀ ਮਜ਼ਾਕ ਕਰਦੇ ਤਾਂ ਕਿ ਉਹ ਆਪਣੇ ਅਸਲੀ ਰੂਪ ਵਿੱਚ ਵਾਪਸ ਆ ਸਕੇ। ਅਸੀਂ ਸਭ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਮੇਰੀ ਮਾਂ ਵਰਗੀ ਦੀਦੀ ਜਲਦੀ ਤੋਂ ਜਲਦੀ ਠੀਕ ਹੋ ਜਾਵੇ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ।